ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸੈ ਰਤੇ ਆਪਣੈ, ਤੈਨ ਤਨ ਲੋਭ ਰਤ ਨਾ ਹੋਏ। ਇਹੋ ਤਨ ਸਭੋ ਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਜੋ ਭਗਤ ਫਰੀਦ ਸਾਹਿਬ ਜੀ ਦਾ ਸ਼ਲੋਕ ਹੈ, ਜਿਵੇਂ ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ। ਜੋ ਤਨ ਰਤੇ ਰੱਬ ਸਿਉ, ਤਿੰਨ ਤਨ ਰਤ ਨ ਹੋਏ। ਇਹਦੇ ਵਿੱਚ ਕੀ ਭਾਵ ਰੱਖਿਆ ਫਰੀਦ ਸਾਹਿਬ ਜੀ ਨੇ? ਕਿਉਂਕਿ ਲਹੂ ਤੋਂ ਬਿਨਾਂ ਸਰੀਰ ਕਿਵੇਂ ਹੋ ਸਕਦਾ ਹੈ। ਤਦ ਪੰਜਵੇਂ ਸਤਿਗੁਰਾਂ ਨੇ ਕਿਹਾ ਕਿ ਸਾਡੇ ਵੱਡੇ ਗੁਰੂ ਸਾਹਿਬਾਨਾਂ ਨੇ ਇਸ ਸ਼ਲੋਕ ਦਾ ਉੱਤਰ ਇਸ ਤਰ੍ਹਾਂ ਦਿੱਤਾ ਹੈ, ਜਾਂ ਭਗਤ ਫਰੀਦ ਸਾਹਿਬ ਜੀ ਨੇ ਠੀਕ ਉਚਾਰਿਆ, ਜਿਸ ਦਾ ਤਾਤਪਰਜ ਸੁਣੋ। ਜੋ ਵੱਡੇ ਸਤਿਗੁਰੂ ਸਾਡੇ ਨਾਨਾ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਸ਼ਲੋਕ ਉਚਾਰਨ ਕਰਕੇ ਇੰਜ ਉੱਤਰ ਬਖਸ਼ਿਆ ਹੈ। ਇਹੋ ਤਨ ਸਭੋ ਰਤ ਹੈ। ਇਹ ਸਾਰਾ ਸਰੀਰ ਲਹੂ ਦਾ ਬਣਿਆ ਹੋਇਆ ਹੈ। ਰਤ ਬਿਨਾ ਤਨ ਨ ਹੋਏ। ਕਿਉਂਕਿ ਖੂਨ ਤੋਂ ਬਿਨਾਂ ਇਹ ਸਰੀਰ ਪੈਦਾ ਨਹੀਂ ਹੋ ਸਕਦਾ। ਭਾਵ ਜਦੋਂ ਲਹੂ ਸੁੱਕ ਜਾਵੇ ਜਾਂ ਲਹੂ ਬਣਨੋਂ ਹਟ ਜਾਵੇ, ਉਦੋਂ ਸਰੀਰ ਨਾਸ਼ ਹੋ ਜਾਂਦਾ ਹੈ। ਜੋ ਸਰਤੇ ਆਪਣਾ। ਪਰ ਜਿਹੜੇ ਗੁਰਮੁਖ ਜਨ ਆਪਣੇ ਪਤੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਹਨ, ਤਿੰਨ ਤਨ ਲੋਭ ਰਤ ਨ ਹੋਏ। ਤਿੰਨਾਂ ਦੇ ਸਰੀਰ ਦੇ ਵਿੱਚ ਲੋਭ ਰੂਪੀ ਲਹੂ ਨਹੀਂ ਹੁੰਦਾ ਹੈ। ਪੈ ਪਿਆ ਤਨ ਖੀਨ ਹੋਏ। ਪਰਮੇਸ਼ਰ ਦਾ ਡਰ ਪੈਣ ਕਰਕੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਲੋਭ ਰਾਤਾਂ ਵਿੱਚ ਜਾਏ। ਅਤੇ ਲੋਭ ਰੂਪੀ ਲਹੂ ਵੀ ਮਨ ਦੇ ਅੰਦਰੋਂ ਨਿਕਲ ਜਾਂਦਾ ਹੈ। ਪਾਪ ਪਦਾਰਥਾਂ ਦੇ ਜੋੜਨ ਦਾ ਲੋਭ ਨਿਵਰਤ ਹੋ ਜਾਂਦਾ ਹੈ। ਫਰੀਦ ਸਾਹਿਬ ਜੀ ਦੇ ਭਾਵ ਨੂੰ ਸਤਿਗੁਰੂ ਸਾਹਿਬ ਜੀ ਨੇ ਬਾਣੀ ਉਚਾਰ ਕੇ
ਸਪਸ਼ਟ ਕਰ ਦਿੱਤਾ ਹੈ। ਜਿਉ ਬੈਸੰਤਰ ਤਾਤ ਸੁਧ ਹੋਏ। ਜਿਵੇਂ ਅੱਗ ਦੇ ਵਿੱਚ ਪਾ ਕੇ ਸੋਨਾ ਆਦਿਕ ਦੀ ਧਾਤੂ ਸ਼ੁੱਧ ਹੋ ਜਾਂਦੀ ਹੈ। ਤਿਉ ਹਰ ਕਾ ਪਾਉ ਦੁਰਮਤ ਮੈਲ ਗਵਾਏ। ਤਿਵੇਂ ਹਰੀ ਪਰਮੇਸ਼ਰ ਦਾ ਡਰ ਖੋਟੀ ਮਤ ਰੂਪੀ ਮਲੀਨਤਾ ਨੂੰ ਹਿਰਦੇ ਦੇ ਵਿੱਚੋਂ ਗਵਾ ਦਿੰਦਾ ਹੈ। ਭਾਵ ਅੰਤਰਕਰਨ ਨੂੰ ਸ਼ੁੱਧ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਤੇ ਉਹ ਜਿਹੜੇ ਜਨ ਪੁਰਖ ਨੇ ਉਹ ਲੋਕ ਤੇ ਪਰਲੋਕ ਦੇ ਵਿੱਚ ਸੋਹਣੇ ਸ਼ੋਭਨੀਕ ਹਨ। ਜੋ ਰਤੇ ਹਰ ਰੰਗ ਲਾਏ। ਜਿਹੜੇ ਹਰੀ ਪਰਮੇਸ਼ਰ ਦੇ ਨਾਲ ਰੰਗ ਕਹੀਏ ਪ੍ਰੇਮ ਲਾ ਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਹਨ। ਮਹੱਲਾ ਤੀਜਾ। ਇਹ ਜੋ ਅਗਲਾ ਪਾਵਨ ਸ਼ਲੋਕ ਹੈ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੋਈ ਉਚਾਰਨ ਕਰ ਰਹੇ ਹਨ। ਤੀਜੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਸੇ ਗਵਈਏ ਨੇ ਆ ਕੇ ਰਾਮਕਲੀ ਰਾਗਣੀ ਗਾਈ। ਰਾਮਕਲੀ ਰਾਗਣੀ ਸੁਣ ਕੇ ਸਾਰੇ ਸਿੱਖ ਬਹੁਤ ਪ੍ਰਸੰਨ ਹੋਏ ਅਤੇ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਇਹਨੇ ਬਹੁਤ ਸੋਹਣੀ ਰਾਮਕਲੀ ਰਾਗਣੀ ਗਾਈ ਹੈ। ਤਾਂ ਸੁਣ ਕੇ ਸਤਿਗੁਰਾਂ ਨੇ ਪਾਵਨ ਉਪਦੇਸ਼ ਉਚਾਰਿਆ ਹੈ। ਰਾਮ ਕਲੀ ਰਾਮ ਮਨ ਵਸਿਆ। ਇਹ ਭਾਈ ਜੇ ਰਾਮਕਲੀ ਰਾਗਣੀ ਗਾਉਣ ਵਾਲੇ ਦੇ ਮਨ ਹਿਰਦੇ ਵਿੱਚ ਰਾਮ ਪਰਮੇਸ਼ਰ ਵਸਿਆ ਹੋਵੇ ਤਾਂ ਹੀ ਇਹ ਗਾਈ ਹੋਈ ਸਫਲੀ ਹੈ। ਅਤੇ ਗਾਉਣ ਸੁਰ ਤਾਲ ਇਤਿਆਦਿਕ ਦਾ ਤਾਂ ਬਣਿਆ ਸਿੰਗਾਰ। ਇਹ ਜਿਹੜਾ ਗਾਉਣ ਵਜਾਉਣ ਦਾ, ਸੁਰ ਦਾ, ਤਾਲ ਦਾ, ਇਤਿਆਦਿਕ ਦਾ ਸ਼ਿੰਗਾਰ ਬਣਿਆ ਹੋਇਆ ਵੀ ਤਾਂ ਹੀ ਸਫਲਾ ਹੈ। ਇਸੇ ਪ੍ਰਕਾਰ ਰਾਮ ਕਲੀ ਰਾਮ ਮਨ ਵਸਿਆ। ਜਿਸ ਦੀ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਲੀ ਭਾਵ ਬੁੱਧੀ ਹੈ। ਭਾਵ ਜਿਵੇਂ ਬੂਟਿਆਂ ਦੇ ਵਿੱਚੋਂ ਕਲੀਆਂ ਨਿਕਲੀਆਂ ਹੁੰਦੀਆਂ ਹਨ, ਤਿਵੇਂ ਜਿਸ ਦੀ ਪਰਮੇਸ਼ਰ ਪ੍ਰਾਪਤੀ ਵਾਲੀ ਬੁੱਧੀ ਵਿੱਚੋਂ ਕਰੁਣਾ, ਮੁਦਤਾ, ਮੈਤਰੀ ਆਦਿਕ ਕਲੀਆਂ ਨਿਕਲੀਆਂ ਹੋਈਆਂ ਹਨ। ਤਾਂ ਬਣਿਆ ਸਿੰਗਾਰ। ਅਤੇ ਹਿਰਦੇ ਵਿੱਚ ਵੀ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਤਾਂ ਉਸ ਦਾ ਵੈਰਾਗ, ਵਿਵੇਕ, ਖਟ ਸਮਧੀ ਆਦਿਕ ਸਾਧਨਾ ਜਾਂ ਖਿਮਾ ਤੇ ਸ਼ਾਂਤੀ ਰੂਪ ਸ਼ਿੰਗਾਰ ਇਹ ਬਣਿਆ ਹੋਇਆ ਸਫਲਾ ਹੈ। ਗੁਰ ਕਾ ਸ਼ਬਦ ਕਮਲ ਬਿਗਸਿਆ। ਜਿਸ ਦਾ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹਿਰਦੇ ਰੂਪੀ ਕਮਲ ਖੇੜਾਇਆ ਹੈ। ਭਾਵ ਦੇਵੀ ਸੰਪਦਾ ਅੰਦਰੋਂ ਪ੍ਰਗਟ ਹੋਈ ਹੈ। ਤਾਂ ਸੌਂਪੇ ਭਗਤ ਭੰਡਾਰ। ਤਾਂ ਉਸ ਨੂੰ ਗੁਰੂ ਸਾਹਿਬ ਜੀ ਨੇ ਭਗਤੀ ਰੂਪ ਖਜ਼ਾਨਾ ਸੌਂਪ ਦਿੱਤਾ, ਅਰਪ ਦਿੱਤਾ ਹੈ। ਭਰ ਮੰਗਿਆ ਤਾਂ ਜਾਗਿਆ। ਜਦ ਪਰਮ ਨਿਵਰਤ ਹੋ ਗਿਆ ਤਾਂ ਇਹ ਮਨ ਗਿਆਨ ਅਵਸਥਾ ਦੇ ਵਿੱਚ ਜਾਗਿਆ। ਚੁੱਕਾਂ ਅਗਿਆਨ ਅੰਧਾਰ। ਅਤੇ ਅਗਿਆਨ ਨੂੰ ਹਨੇਰਾ ਇਹ ਵੀ ਚੁੱਕਿਆ ਗਿਆ। ਤੈਸਨ ਰੂਪ ਅਤੇ ਅਗਲਾ। ਸੋ ਉਸ ਦਾ ਜਾਂ ਉਸ ਨੂੰ ਦਿਲ ਦੀ ਸਫਾਈ ਰੂਪ ਅਤਿਅੰਤ ਬਹੁਤਾ ਹੀ ਰੂਪ ਚੜ੍ਹਿਆ ਹੋਇਆ ਹੈ ਜਾਂ ਉਸ ਨੂੰ ਅਤੀ ਅਨਾਦ ਕਾਲ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਜਿਸ ਹਰ ਨਾਲ ਪਿਆਰ। ਜਿਸ ਦਾ ਹਰੀ ਪਰਮੇਸ਼ਰ ਦੇ ਨਾਲ
ਪਿਆਰ ਸਨੇਹ ਲੱਗਿਆ ਹੋਇਆ ਹੈ। ਸਦਾ ਰਵੈ ਫਿਰ ਆਪਣਾ, ਜਿਹੜੀ ਇਸਤਰੀ ਆਪਣਾ ਜਾਣ ਕੇ ਸਦਾ ਹਮੇਸ਼ਾ ਪਤੀ ਦੇ ਸੁੱਖ ਨੂੰ ਮਾਣਦੀ ਹੈ। ਸੋਭਵੰਤੀ ਨਾਰ, ਉਹ ਜਿਹੜੀ ਨਾਰ ਇਸਤਰੀ ਹੈ ਉਹ ਸ਼ੋਭਾ ਵਾਲੀ ਕਹਾਉਂਦੀ ਹੈ। ਇਸੇ ਪ੍ਰਕਾਰ ਸਦਾ ਰਵੈ ਫਿਰ ਆਪਣਾ, ਜੋ ਇਸਤਰੀ ਦਾ ਅਲੰਕਾਰ ਵਰਤਿਆ ਹੈ ਅਰਥ ਤਾਂ ਮਹਾਤਮਾ ਦਾ ਹੈ। ਜੋ ਮਹਾਤਮਾ ਰੂਪ ਇਸਤਰੀ ਆਪਣਾ ਜਾਣ ਕੇ ਸਦਾ ਹੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀ ਹੈ। ਸੋਭਵੰਤੀ ਨਾਰ, ਔਰ ਉਹ ਮਹਾਤਮਾ ਰੂਪ ਇਸਤਰੀ ਭਗਤੀ ਰੂਪ ਸ਼ੋਭਾ ਵਾਲੀ ਕਹਾਉਂਦੀ ਹੈ। ਮਨ ਮੁਖ ਸਿਗਾਰ ਨਾ ਜਾਣਨੀ, ਮਨ ਦੇ ਪਿੱਛੇ ਲੱਗਣ ਵਾਲੀਆਂ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੈਰਾਗ ਵਿਵੇਕ ਰੂਪ ਸਾਧਨਾ ਦਾ ਸਿਗਾਰ ਕਰਨਾ ਨਾ ਜਾਣਨੀ, ਪਹਿਲਾਂ ਨਾਣਾ ਹੈ ਫਿਰ ਨੰਨਾ ਹੈ, ਜਾਣਨੀ ਪਾਠ ਹੋਵੇਗਾ। ਸੋ ਸਾਧਨਾ ਰੂਪੀ ਸ਼ਿੰਗਾਰ ਕਰਨਾ ਨਹੀਂ ਜਾਣਦੀਆਂ। ਜਾਸਨ ਜਨਮ ਸਭ ਹਾਰ, ਇਸ ਲਈ ਉਹ ਸਭ ਆਪਣੇ ਮਨੁੱਖਾ ਜਨਮ ਨੂੰ ਵਿਸ਼ੇ ਰੂਪ ਜੂਏ ਦੇ ਵਿੱਚ ਹਾਰ ਕੇ ਦੁਨੀਆ ਤੋਂ ਜਾਸਨ ਜਾਣਗੀਆਂ। ਬਿਨ ਹਰ ਭਗਤੀ ਸਿੰਗਾਰ ਕਰਹਿ, ਜੋ ਹਰੀ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜਗ ਪੂਜਾ ਤਰਾਟਕ ਸਾਧਨ ਆਦਿਕ ਸਾਧਨਾਂ ਦੇ ਸ਼ਿੰਗਾਰ ਕਰਦੀਆਂ ਹਨ। ਨਿਤ ਜੰਮਹ ਹੋਏ ਖੁਆਰ, ਉਹ ਨਿਤ ਹਮੇਸ਼ਾ ਵਾਸ਼ਨਾ ਕਰਕੇ ਜੰਮਦੀਆਂ ਰਹਿੰਦੀਆਂ ਨੇ ਅਤੇ ਵਿਸ਼ਿਆਂ ਦੀ ਕੁਸੰਗਤ ਕਰਕੇ ਨਰਕਾਂ ਦੇ ਵਿੱਚ ਖਰਾਬ ਹੁੰਦੀਆਂ ਹਨ। ਸੰਸਾਰ ਵਿੱਚ ਸੋਭਨ ਪਾਏ ਨੀ, ਉਹ ਇਸ ਜਗਤ ਦੇ ਅੰਦਰ ਸ਼ੋਭਾ ਨਹੀਂ ਪਾਉਂਦੀਆਂ। ਅੱਗੇ ਜੇ ਕਰੇ ਸੋ ਜਾਣੈ ਕਰਤਾਰ, ਅੱਗੇ ਪਰਲੋਕ ਦੇ ਵਿੱਚ ਜੋ ਪਰਮੇਸ਼ਰ ਕਰਮਾਂ ਅਨੁਸਾਰ ਫਲ ਦੇਣਾ ਕਰਦਾ ਹੈ ਉਹ ਕਰਤਾਰ ਪਰਮੇਸ਼ਰ ਆਪ ਹੀ ਜਾਣਦਾ ਹੈ। ਇਸੇ ਪ੍ਰਕਾਰ ਅੱਗੇ ਜੇ ਕਰੇ ਸੋ ਜਾਣੈ ਕਰਤਾਰ, ਅੱਗੇ ਜੋ ਪਰਮੇਸ਼ਰ ਨੇ ਕਰਮ ਅਨੁਸਾਰ ਫਲ ਦੇਣਾ ਹੈ ਜਿਹੜਾ ਆਪ ਕਰਦਾ ਹੈ ਜਾਂ ਤਾਂ ਉਹ ਜਾਣਦਾ ਹੈ ਜਾਂ ਪਰਮੇਸ਼ਰ ਜਾਣਦਾ ਹੈ। ਚੰਗਾ ਮੰਦਾ ਨਾਨਕ ਸੱਚਾ ਏਕ ਹੈ। ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਇੱਕ ਅਕਾਲ ਪੁਰਖ ਹੀ ਸੱਚਾ ਹੈ। ਦੋਹ ਵਿੱਚ ਹੈ ਸੰਸਾਰ, ਬਾਕੀ ਸਭ ਸੰਸਾਰ ਦ્વੈਤ ਦੇ ਅੰਦਰ ਹੈ ਜਾਂ ਰਾਗ ਦ્વੈਖ ਮਿੱਤਰ ਸ਼ਤਰੂ ਬੁਰਾ ਭਲਾ ਸੁਭਾਅ ਜੀਵ ਈਸ਼ ਦਾ ਭੇਦ ਇਤਿਆਦਿਕ ਇਹਨਾਂ ਦੋਨਾਂ ਦੇ ਵਿੱਚ ਹੀ ਸੰਸਾਰ ਪਿਆ ਹੋਇਆ ਹੈ। ਜਿਹੜਾ ਤਾਂ ਸਾਡੇ ਨਾਲ ਮਿਲ ਗਿਆ ਉਹਦੇ ਨਾਲ ਅਸੀਂ ਮੋਹ ਕਰਦੇ ਨਹੀਂ ਥੱਕਦੇ, ਉਹਦੇ ਘਰ ਤੱਕ ਪਹੁੰਚ ਜਾਣਾ ਹਰ ਰੋਜ਼ ਉਹਦੀ ਪੈੜ ਨੱਪਣੀ। ਜਿਹੜਾ ਸਾਡੇ ਨਾਲ ਨਹੀਂ ਮਿਲ ਪਾਇਆ ਸੁਭਾਅ ਨਹੀਂ ਮਿਲਿਆ ਉਹਦੇ ਪਿੱਛੇ ਹੱਥ ਧੋ ਕੇ ਵੈਰ ਪਾਈ ਰੱਖਣਾ। ਇਸੇ ਤਰ੍ਹਾਂ ਕੋਈ ਮਿੱਤਰ ਹੈ ਕੋਈ ਸਾਡਾ ਦੁਸ਼ਮਣ ਹੈ, ਕਿਸੇ ਨੂੰ ਅਸੀਂ ਬੁਰਾ ਸਮਝਦੇ ਹਾਂ, ਕਿਸੇ ਨੂੰ ਸਾਡੀਆਂ ਨਿਗਾਹਾਂ ਦੇ ਵਿੱਚ ਸੋ ਆਪਾਂ ਚੰਗਾ ਜਾਣਦੇ ਹਾਂ। ਇਸੇ ਤਰ੍ਹਾਂ ਇਹ ਜੀਵ ਅਸੀਂ ਸੰਸਾਰੀ ਲੋਕ ਤੇ ਈਸ਼ ਦੇਵੀ ਦੇਵਤੇ ਇਤਿਆਦਿਕ ਇਹਨਾਂ ਦੋਨਾਂ ਦੇ ਵਿੱਚ ਸੰਸਾਰ ਪਿਆ ਹੋਇਆ ਹੈ। ਚੰਗਾ ਮੰਦਾ ਆਪ ਲਾਇਆ ਨਾ, ਪਰ ਜਿਹੜਾ ਦ્વੈਤ ਨੂੰ ਮੇਟਦਾ ਹੈ ਹਰ ਇੱਕ ਸੱਚੇ ਨੂੰ ਜਾਣਦਾ ਉਹੀ ਗੁਰਮੁਖ ਹੈ।
ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਪਰਮੇਸ਼ਰ ਨੇ ਆਪ ਜੀ ਇਹ ਨਿਸ਼ਕਾਮ ਕਰਮਾਂ ਵਾਲਿਆਂ ਨੂੰ ਸ੍ਰੇਸ਼ਟ ਕੰਮਾਂ ਵਿੱਚ ਆਪ ਹੀ ਨਿਸ਼ਕਾਮ ਕਰਮਾਂ ਵਾਲਿਆਂ ਨੂੰ ਸ੍ਰੇਸ਼ਟ ਕੰਮਾਂ ਦੇ ਵਿੱਚ ਅਤੇ ਤਮੋ ਗੁਣ ਸੁਭਾਅ ਵਾਲਿਆਂ ਨੂੰ ਜਾਂ ਸਕਾਮੀ ਪੁਰਖਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਫਲ ਦੇਣ ਵਾਸਤੇ ਨੀਚ ਕਰਮਾਂ ਦੇ ਵਿੱਚ ਆਪ ਹੀ ਲਾਇਆ ਹੋਇਆ ਹੈ। ਸੋ ਕਰਨ ਜੇ ਆਪ ਕਰਾਏ ਕਰਤਾਰ। ਇਹ ਜਿਹੜੇ ਜੀਵ ਨੇ ਇਸ ਲਈ ਉਹੀ ਕੰਮ ਕਰਨਗੇ ਜਿਹੜਾ ਪਰਮੇਸ਼ਰ ਆਪ ਕਰਾਏਗਾ। ਤੋ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਚੰਗਾ ਨਹੀਂ ਹੈ, ਕੋਈ ਮੰਦਾ ਨਹੀਂ ਹੈ, ਇਹ ਸਾਡੀ ਨਿਗਾਹ ਫਟੀ ਹੋਈ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜੀਵ ਜਿਸ ਤਰ੍ਹਾਂ ਪ੍ਰਮਾਤਮਾ ਆਪ ਕਰਮ ਕਰਾਉਂਦਾ, ਉਹੀ ਕੰਮ ਚੰਗੇ ਜਾਂ ਮੰਦੇ ਉਹ ਕਰਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਬਿਨ ਸਤਿਗੁਰ ਸੇਵੇ ਸਾਂਝ ਨ ਆਵਈ। ਪੂਰੇ ਸਤਿਗੁਰੂ ਦੀ ਸੇਵਾ ਟਹਿਲ ਕੀਤੇ ਤੋਂ ਬਿਨਾਂ ਜੀਵ ਦੇ ਮਨ ਨੂੰ ਆਤਮਿਕ ਸ਼ਾਂਤੀ ਨਹੀਂ ਆਉਂਦੀ ਹੈ। ਮੈਂ ਕਈ ਵਾਰ ਪਹਿਲਾਂ ਵੀ ਇਹ ਬਚਨ ਸਾਂਝਾ ਕੀਤਾ ਹੈ ਕਿ ਵਿਹਲਾ ਮਨ ਸ਼ੈਤਾਨੀ ਦਾ ਘਰ ਹੁੰਦਾ ਹੈ। ਵਿਹਲਾ ਬੰਦਾ ਊਂ ਬਿਨਾਂ ਹੀ ਮਤਲਬ ਤੋਂ ਉਹਨੂੰ ਬੁਖਾਰ ਚੜਿਆ ਰਹੂਗਾ, ਹੋਊਗਾ ਠੀਕ, ਜਾਪੂਗਾ ਤਾਪ ਚੜਿਆ ਹੈ, ਭੁਲੇਖਾ ਜਿਹਾ ਪਿਆ ਰਹੂਗਾ। ਜਿਹੜਾ ਬੰਦਾ ਕੰਮ ਕਰਦਾ ਹੈ, ਭਾਵੇਂ ਘਰ ਦਾ ਹੀ ਕੰਮ ਕਰਦਾ, ਪੱਠੇ ਦੱਥੇ ਮੱਝਾਂ ਗਾਵਾਂ, ਉਹ ਤੰਦਰੁਸਤ ਰਹਿੰਦਾ। ਅਤੇ ਗੁਰਦੁਆਰੇ ਦੀ ਸੇਵਾ ਕਰਨ ਵਾਲਾ ਤਾਂ ਬੜਾ ਤੰਦਰੁਸਤ ਹੋਏਗਾ ਹੀ ਹੋਏਗਾ। ਤੋ ਇਸ ਲਈ ਜੋ ਸਤਿਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਦਾ ਮਨ ਸ਼ਾਂਤ, ਤੰਦਰੁਸਤ, ਸੁੱਖ ਵਾਲਾ ਹੋ ਜਾਂਦਾ, ਕਿਉਂਕਿ ਮਨ ਦਾ ਹੀ ਸੰਬੰਧ ਸਰੀਰ ਨਾਲ ਹੈ। ਜੇ ਮਨ ਸ਼ਾਂਤੀ ਵਾਲਾ ਹੋਏਗਾ ਤਾਂ ਸਰੀਰ ਵੀ ਤੰਦਰੁਸਤ ਹੋਏਗਾ। ਤੋ ਇਸ ਲਈ ਮਨ ਨੂੰ ਸ਼ਾਂਤੀ ਦੇਣ ਲਈ ਗੁਰਬਾਣੀ ਸੁਣਨੀ ਲਾਜ਼ਮੀ ਹੈ। ਕਥਾ ਕੀਰਤਨ ਸਵੇਰ ਸ਼ਾਮ ਹਾਜ਼ਰੀ, ਦਿਨੇ ਗੁਰੂ ਘਰ ਦੀ ਸੇਵਾ। ਸੋ ਇੰਜ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਤੇ ਹਮ ਦੀਨ ਤੁਮ ਜੁਗ ਜੁਗ ਜਾਤਾ, ਤੇ ਸਬਦੇ ਦੇਹੋ ਬਜਾਈ। ਇਹ ਵਾਹਿਗੁਰੂ, ਇਹ ਗੁਰੂ ਸਾਹਿਬ, ਸਤਿਗੁਰੂ ਦੀ ਸੇਵਾ ਟਹਿਲ ਕੀਤੇ ਤੋਂ ਬਿਨਾਂ ਸਾਨੂੰ ਬਹੁਤਾ ਦੁੱਖ ਲੱਗ ਗਿਆ ਹੈ। ਅਸੀਂ ਆਪ ਦੇ ਕਿਰਤ ਕਰਮ ਕੇ ਵਿਛੜੇ, ਕੀਤੇ ਕਰਮਾਂ ਕਰਕੇ ਤੁਹਾਤੋਂ ਵਿਛੜ ਗਏ ਹਾਂ। ਕਰ ਕਿਰਪਾ ਮਿਲੋ ਰਾਮ। ਸੋ ਗੁਰੂ ਸਾਹਿਬ ਨੇ ਆਪਣੇ ਨਾਲ ਮਿਲਣ ਵਾਸਤੇ ਹੀ ਸਿਮਰਨ ਅਤੇ ਸੇਵਾ, ਇਹ ਦੋ ਤਰੀਕੇ ਬਖਸ਼ਿਸ਼ ਕੀਤੇ ਨੇ। ਪੂਰੇ ਸਤਿਗੁਰੂ ਦੀ ਸੇਵਾ ਟਹਿਲ ਕੀਤੇ ਤੋਂ ਬਿਨਾਂ ਜੀਵ ਦੇ ਮਨ ਨੂੰ ਆਤਮਿਕ ਸ਼ਾਂਤੀ ਨਹੀਂ ਆ ਸਕਦੀ ਹੈ। ਅਤੇ ਦੂਜੀ ਨਾਹੀ ਜਾਏ। ਜੋ ਦੂਸਰੀ ਦਵੈਤ, ਦੋ ਜੀਵ ਈਸ਼ ਦਾ ਭੇਦ, ਇਹ ਜਿਹੜੀ ਦੁਬਿਧਾ ਹੈ ਇਹ ਵੀ ਅੰਦਰੋਂ ਨਹੀਂ ਜਾਂਦੀ। ਪਹਿਲਾ ਗੁਰਮਤ ਹੈ, ਦੂਜੀ ਦੁਰਮਤ ਹੈ। ਭਾਵ ਦੁਰਮਤ ਵੀ ਅੰਦਰੋਂ ਨਹੀਂ ਜਾਂਦੀ। ਜੇ ਬਹੁ ਤੇਰਾ ਲੋਚੀਐ। ਜੇਕਰ ਐਸੇ ਪੁਰਖ ਨੂੰ ਬਹੁਤੇ ਸਾਧਨ ਕਰਾ ਕੇ ਚੰਗਾ ਬਣਾਉਣਾ ਚਾਹੀਏ ਜਾਂ ਗੁਰਾਂ ਨੂੰ ਮਿਲਾਉਣਾ ਚਾਹੀਏ, ਬਿਨ ਕਰਮਾਂ ਪਾਇਆ ਨਾ ਜਾਏ। ਤਾਂ ਵੀ ਨਿਸ਼ਕਾਮ ਕਰਮਾਂ ਤੋਂ ਬਿਨਾਂ ਪੂਰਾ ਗੁਰੂ ਜਾਂ ਪਰਮੇਸ਼ਰ ਉਹ ਪਾਇਆ ਨਹੀਂ ਜਾਂਦਾ ਹੈ। ਬਿਨ ਭਾਗਾਂ ਕਿਆ ਪਾਈਏ। ਸਤਿਗੁਰੂ ਸਦਾ ਦਇਆਲ ਹੈ ਭਾਈ। ਸਤਿਗੁਰੂ ਤਾਂ ਮੇਰੇ ਭਰਾਵੋ ਸਦਾ ਹੀ ਦਿਆਲੂ ਹੈ, ਪਰ ਸਾਡੇ ਕਰਮੀ ਜੀ ਸਾਥ ਨਹੀਂ ਦੇ ਰਹੇ, ਚੰਗੇ ਨਹੀਂ ਹਨ। ਬਿਨ ਭਾਗਾਂ ਗਿਆ ਪਾਈਏ। ਭਾਗਾਂ ਤੋਂ ਬਗੈਰ ਕੀ ਪਾਈਏ, ਕੁਛ ਵੀ ਨਹੀਂ ਪਾਇਆ ਜਾ ਸਕਦਾ। ਬਿਨ ਕਰਮਾ ਕਿਛ ਪਾਈਆ ਨਾਹੀਂ, ਜੇ ਬਹੁਤ ਤੇਰਾ ਧਾਵੈ। ਜੇ ਬਹੁਤਾ ਦੌੜ ਭੱਜ ਵੀ ਕਰੀਏ ਤਾਂ ਵੀ ਭਾਗਾਂ ਤੋਂ ਬਗੈਰ ਤਾਂ ਕੁਛ ਪਾਇਆ ਨਹੀਂ ਜਾ ਸਕਦਾ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਵਿਣ ਕਰਮਾਂ ਪਾਇਆ ਨਾ ਜਾਏ। ਸਾਧ ਸੰਗਤ ਜੀ, ਉਹ ਕਰਮਾਂ ਦਾ ਪਹਿਲਾ ਅਰਥ ਤਾਂ ਆਪ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਜੋ ਅਸੀਂ ਕਰਮ ਚੰਗੇ ਜਾਂ ਮਾੜੇ ਕਰਦੇ ਹਾਂ। ਕਰਮਾਂ ਦਾ ਦੂਸਰਾ ਅਰਥ ਉਹ ਹੈ ਬਖਸ਼ਿਸ਼।
ਪਹਿਲਾ ਅਰਥ ਹੈ ਕਿ ਨਿਸ਼ਕਾਮ ਕਰਮਾਂ ਤੋਂ ਬਿਨਾਂ ਪੂਰਾ ਗੁਰੂ ਜਾਂ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਜੇ ਕੰਮ ਹੀ ਚੰਗੇ ਨਹੀਂ। ਸੋ ਨਿਸ਼ਕਾਮ ਕਰਮ ਹੋਣਗੇ, ਇਹਨਾਂ ਦਾ ਫਲ ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਨਿਸ਼ਕਾਮ ਕਰਮਾਂ ਦਾ ਸਦਕਾ ਪੂਰਾ ਗੁਰੂ ਪਾਇਆ ਜਾਂਦਾ ਹੈ। ਦੂਸਰਾ ਅਰਥ ਕਰਮ ਦਾ ਅਰਥ ਹੈ ਬਖਸ਼ਿਸ਼। ਬਿਨਾਂ ਵਾਹਿਗੁਰੂ ਦੀ ਬਖਸ਼ਿਸ਼ ਤੋਂ ਪੂਰਾ ਗੁਰੂ ਜਾਂ ਪਰਮੇਸ਼ਰ ਪਾਇਆ ਨਹੀਂ ਜਾਂਦਾ। ਜਿਵੇਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਉਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ ਜਦ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹੋਈ, ਜਦ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ। ਬੀਬੀ ਅਮਰੋ ਦੀ ਰਾਹੀਂ ਗੁਰਬਾਣੀ ਸੁਣੀ। ਸ੍ਰੀ ਪੰਮ ਲਹਿਣਾ ਜੀ ਖੁਦ ਆਪ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਉਦੋਂ ਹਾਜ਼ਰ ਹੋਏ ਜਦ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਕੇ ਜੋ ਭਾਈ ਜੋਧ ਦੇ ਰਾਹੀਂ ਆਸਾ ਦੀ ਵਾਰ ਸਰਵਣ ਕਰਵਾਈ। ਜਿਵੇਂ ਸਾਧ ਸੰਗ ਜੋ ਤੁਮੇ ਮਿਲਾਇਓ, ਇਹ ਪੰਕਤੀ ਦੇ ਵਿੱਚ ਸਪਸ਼ਟ ਹੈ ਕਿ ਜਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਵਿੱਚ ਮਿਲੇ, ਪ੍ਰਭੂ ਨੇ ਕਿਰਪਾ ਕਰਕੇ ਮਿਲਾਇਆ, ਤਾਂ ਸੁਣੀ ਤੁਮਾਰੀ ਬਾਣੀ। ਵਾਹਿਗੁਰੂ ਦੀ ਕਿਰਪਾ ਨਾਲ ਇਹ ਪਰਮਾਤਮਾ ਤੁਹਾਡੀ ਬਾਣੀ ਸੁਣੀ ਜਾਂ ਗੁਰੂਆਂ ਦੀ ਬਾਣੀ ਸੁਣੀ। ਆਨੰਦ ਭਇਆ ਪੇਖਤ ਹੀ ਨਾਨਕ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਮਨ ਭਾਗੋ ਭਾਗ ਹੋ ਗਿਆ। ਪ੍ਰਤਾਪ ਪੁਰਖ ਨਿਰਬਾਣੀ ਜੋ ਤੇਜ ਪ੍ਰਤਾਪੀ ਨਿਰਬਾਣ ਨਿਰਬੰਧ ਪਦਵੀ ਦੇ ਦੇਣ ਵਾਲੇ ਅਕਾਲ ਪੁਰਖ ਦਾ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸੋ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਵਾਹਿਗੁਰੂ ਦੀ ਕਿਰਪਾ ਦੀ ਕੀ ਨਿਸ਼ਾਨੀ ਹੈ ਕਿ ਸਾਧੂਆਂ ਦੀ ਸੰਗਤ ਮਿਲਦੀ ਹੈ। ਬਾਣੀ ਸਰਵਣ ਕਰਾਉਣ ਵਾਲਿਆਂ ਗੁਰਮੁਖਾਂ ਦੇ ਦਰਸ਼ਨ ਹੁੰਦੇ ਨੇ। ਜਿਵੇਂ ਭਾਈ ਪੁਰਾਣਾ ਜੀ ਦੇ ਪਾਸੋਂ ਇੱਕ ਸ਼ਾਹੂਕਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਿਆ ਅਤੇ ਉਹ ਇੱਕੋ ਹੀ ਪਾਠ ਸੁਣ ਕੇ ਮੁਕਤ ਹੋ ਗਿਆ ਸੀ। ਇਸੇ ਤਰ੍ਹਾਂ ਭਾਈ ਪੁਰਾਣਾ ਜੀ ਦੀ ਪਾਵਨ ਰਸਨਾ ਤੋਂ ਵੇਖੋ ਬਾਣੀ ਸੁਣੀ, ਉਹਨਾਂ ਦਾ ਹੁਕਮ ਸੁਣਿਆ, ਉਹਨਾਂ ਦੇ ਬਚਨ ਸੁਣੇ ਔਰ ਉਹਨਾਂ ਦੇ ਦਰਸ਼ਨ ਕੀਤੇ। ਕਿੰਨੇ? ਭਾਈ ਲੱਖੂ ਜੀ ਜਿਹੜਾ ਧਾੜਵੀ ਸੀਗਾ, ਉਹਦਾ ਜੀਵਨ ਪਲਟ ਗਿਆ। ਇੰਝ ਜਿਹਦੇ 'ਤੇ ਵਾਹਿਗੁਰੂ ਨੇ ਕਿਰਪਾ ਕਰਨੀ ਹੋਵੇ ਪਹਿਲਾਂ ਆਪਦੇ ਗੁਰਮੁਖਾਂ ਨੂੰ ਮਿਲਾਉਂਦਾ ਹੈ, ਸਾਧ ਸੰਗਤ ਦਾ ਮਿਲਾਪ ਕਰਾਉਂਦਾ ਹੈ ਅਤੇ ਸੰਗਤ ਦੇ ਵਿੱਚੋਂ ਬਾਣੀ ਸਰਵਣ ਕਰਨ ਨੂੰ ਮਿਲਦੀ ਹੈ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਫਿਰ ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ। ਵਿਣ ਕਰਮਾ, ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਪਾਇਆ ਨਾ ਜਾਏ। ਨਾ ਤਾਂ ਗੁਰੂ ਪਾਇਆ ਜਾਂਦਾ, ਨਾ ਪਰਮੇਸ਼ਰ ਪਾਇਆ ਜਾਂਦਾ, ਨਾ ਨਾਮ ਪਾਇਆ ਜਾਂਦਾ, ਨਾ ਖੰਡੇ ਬਾਟੀ ਦਾ ਅੰਮ੍ਰਿਤ ਪਾਇਆ ਜਾਂਦਾ। ਮਤਲਬ ਕੱਖ ਵੀ ਪੱਲੇ ਨਹੀਂ ਪੈਂਦਾ, ਕੁਛ ਵੀ ਪ੍ਰਾਪਤ ਨਹੀਂ ਹੁੰਦਾ ਹੈ। ਇਸ ਲਈ ਕਿਰਪਾ ਹਾਸਲ ਕਰਨ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਜ਼ਰੂਰੀ ਹੈ। ਅੰਤਰ ਲੋਭਾ ਵਿਕਾਰ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਹੈ ਅਤੇ ਵਿਕਾਰ ਭੋਗਣ ਦੀ ਇੱਛਾ ਹੈ। ਦੂਜੈ ਭਏ ਖਵਾਏ, ਉਹ ਦਵੈਤ ਭਾਅ ਦੇ ਵਿੱਚ ਚੁੱਕਿਆ ਨਹੀਂ ਜਾਂਦਾ ਹੈ। ਹਉਮੈ ਵਿੱਚ ਦੁੱਖ ਪਾਏ, ਕਿਉਂਕਿ ਉਹ ਦੇਹ ਦੀ ਹੰਗਤਾ ਵਿੱਚ ਹੋਣ ਕਰਕੇ ਜੰਮਣ ਅਤੇ ਮਰਨ ਦਾ ਦੁੱਖ ਪਾਉਂਦੇ ਹਨ। ਜਿਨਨੇ ਸਤਿਗੁਰ ਸੋ ਚਿਤ ਲਾਇਆ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਆਪਦੇ ਚਿੱਤ ਦੀ ਬਿਰਤੀ ਨੂੰ ਲਾ ਲਿਆ ਹੈ। ਖਾਲੀ ਕੋਈ ਨਾਹੇ, ਉਹ ਕੋਈ ਵੀ ਸਤਿਗੁਰਾਂ ਦੇ ਦਰ ਤੋਂ ਖਾਲੀ ਸਕਣਾ ਨਹੀਂ ਜਾਂਦਾ। ਭਾਵ ਸਭਨਾਂ ਨੂੰ ਧਰਮ ਅਰਥ ਕਾਮ ਮੋਖ ਆਦਿਕ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਤੈਨ ਜਮ ਕੀ ਤਲਬ ਨਾ ਹੋਵਈ। ਤਲਬ ਦਾ ਅਰਥ ਸਾਧ ਸੰਗਤ ਜੀਓ ਸਦਨਾ ਹੈ। ਇੱਕ ਹੁੰਦਾ ਪਿਆਰ ਦੇ ਨਾਲ ਸਦਨਾ, ਸਤਿਕਾਰ ਦੇ ਨਾਲ। ਇੱਕ ਹੁੰਦਾ ਹੈ ਸਖਤੀ ਦੇ ਨਾਲ, ਜਿਵੇਂ ਪੁਲਿਸਮੈਨ ਸੋ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਪਕੜਨ ਆਉਂਦੇ ਨੇ, ਸੁਨੇਹਾ ਲੈ ਕੇ ਆਉਂਦੇ ਨੇ ਕਿ ਤੁਹਾਨੂੰ ਥਾਣੇ ਸੱਦਿਆ, ਉਹ ਸਖਤੀ ਨਾਲ ਸੱਦਣਾ ਹੈ। ਤੋ ਇੰਜ ਤਿੰਨਾਂ ਨੂੰ ਯਮਾਂ ਦੀ ਪੂਰੀ ਧਰਮਰਾਜ ਦੀ ਕਚਹਿਰੀ ਵਿੱਚੋਂ ਯਮ ਕਿਸੇ ਪ੍ਰਕਾਰ ਵੀ ਸਖਤੀ ਨਾਲ ਸੱਦਣ ਵਾਸਤੇ ਨਹੀਂ ਆਉਣਗੇ। ਨਾ ਹੋਏ ਦੁੱਖ ਸਹਾਏ। ਅਤੇ ਨਾ ਹੀ ਉਹ ਨਰਕਾਂ ਦਾ ਦੁੱਖ ਸਹਾਰਨਗੇ। ਨਾਨਕ ਗੁਰਮੁਖ ਉਬਾਰੇ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਬਚ ਗਏ ਹਨ। ਸੱਚਾ ਸ਼ਬਦ ਸਮਾਹੇ। ਜੋ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਸਰੂਪ ਦੇ ਵਿੱਚ ਲੀਨ ਹੋ ਗਏ, ਸਮਾ ਗਏ ਹਨ, ਜਾਂ ਜਿਨ੍ਹਾਂ ਨੂੰ ਸੱਚੇ ਸ਼ਬਦ ਦੀ ਕਮਾਈ ਕਰਕੇ ਸਮਾਹੜਾ ਆਨੰਦ ਪ੍ਰਾਪਤ ਹੋਇਆ ਹੈ। ਪੌੜੀ। ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਆਪ ਅਲਿਪਤ ਸਦਾ ਰਹੈ। ਪਰਮੇਸ਼ਰ ਆਪ ਜੀਆਂ ਵਿੱਚ ਵਸਦਾ ਹੋਇਆ ਵੀ ਉਹਨਾਂ ਦੇ ਪਾਪ ਪੁੰਨ ਕੀਤੇ ਹੋਏ ਕਰਮਾਂ ਤੋਂ, ਰਾਗ ਦਵੈਕ ਸ਼ਤਰੂ ਮਿੱਤਰਤਾ ਆਦਿ ਔਗਣਾਂ ਤੋਂ, ਜੀਵਾਂ ਵਾਲੇ ਕਰਤੱਬਾਂ ਤੋਂ ਹਮੇਸ਼ਾ ਹੀ ਨਿਰਲੇਪ ਰਹਿੰਦਾ ਹੈ। ਸਾਹੋਰ ਧੰਦਾ ਸਭ ਤਾਵ ਹੈ। ਜਿਵੇਂ ਸੂਰਜ ਆਕਾਸ਼ ਦੇ ਵਿੱਚ ਹੈ ਤੇ ਜਿਹੜਾ ਪਾਣੀ ਗੰਦਾ ਹੁੰਦਾ ਉਹਦੇ 'ਚ ਗੰਦਾ ਪ੍ਰਤੀਬਿੰਬ ਦਿਖਦਾ, ਜਿਹੜਾ ਚੰਗਾ ਹੁੰਦਾ ਉਹਦੇ ਵਿੱਚ ਸਵੱਛ ਦਿਖਦਾ ਹੈ। ਤੋ ਚੰਗੇ ਮੰਦੇ ਜੀਵ ਆਪ ਨੇ। ਜਿਵੇਂ ਪਾਣੀ ਮੈਲਾ ਹੈ ਤੇ ਚੰਗਾ ਹੈ, ਸੂਰਜ ਨੂੰ ਤਾਂ ਕੋਈ ਮੈਲ ਨਹੀਂ ਹੈ। ਤੋ ਇੰਜ ਹਮੇਸ਼ਾ ਹੀ ਵਾਹਿਗੁਰੂ ਜੀਵਾਂ ਤੋਂ ਨਿਰਲੇਪ ਰਹਿੰਦਾ, ਵਸਦਾ ਹੋਇਆ ਵੀ ਉਹਨਾਂ ਦੀ ਮੈਲ ਤੋਂ ਰਹਿਤ ਹੈ। ਸਾਰੇ ਜੀਵ ਸੰਸਾਰਕ ਧੰਦਿਆਂ ਦੇ ਵਿੱਚ ਦੌੜਦੇ ਰਹਿੰਦੇ, ਭੱਜਦੇ ਰਹਿੰਦੇ। ਹੋਰ ਸੁਭਾਅ ਵਾਲੀ ਸ੍ਰਿਸ਼ਟੀ ਵਾਸ਼ਨਾ ਕਰਕੇ ਰਾਜਸੀ, ਤਾਮਸੀ, ਸਾਂਤਕੀ ਇਹਨਾਂ ਧੰਦਿਆਂ ਦੇ ਵਿੱਚ ਦੌੜਦੀ ਰਹਿੰਦੀ ਹੈ। ਆਪ ਨਿਚਲ ਅਚਲ ਹੈ। ਜਿਹੜਾ ਵਾਹਿਗੁਰੂ ਹੈ ਭਾਵੇਂ ਜੀਵਾਂ ਦੇ ਅੰਦਰ ਵਸਦਾ ਹੈ ਪਰ ਉਹ ਨਹੀਂ ਦੌੜਦਾ, ਉਹ ਤਾਂ ਆਪ ਅਚਲ ਸਰੂਪ ਹੈ ਅਤੇ ਉਸ ਦਾ ਸਰੂਪ ਹੀ ਅਚਲ ਹੈ, ਜਾਂ ਆਪ ਪਰਬਤ ਵਾਂਗ ਅਚਲ ਹੈ। ਹੋਰ ਆਵਹ ਜਾਵਹ। ਹੋਰ ਸਾਰੇ ਜੀਵ ਜਨਮ ਧਾਰ ਕੇ ਆਉਂਦੇ ਅਤੇ ਮਰ ਕੇ ਚਲੇ ਜਾਂਦੇ ਹਨ। ਸਦਾ ਸਦਾ ਹਰ ਧਿਆਈਐ। ਜੋ ਗੁਰਾਂ ਦੁਆਰਾ ਸਦਾ ਸਦਾ ਹਰੀ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰਦੇ, ਧਿਆਉਣਾ ਕਰਦੇ ਹਨ। ਸੋ ਗੁਰਮੁਖ ਸੁਖ ਪਾਵਹਿ। ਸੋ ਅੱਖਰ ਵਿੱਚ ਨਹੀਂ ਹੈ ਸਦਾ ਸਦਾ ਹਰ ਧਿਆਈਐ, ਗੁਰਮੁਖ ਸੁਖ ਪਾਵੈ। ਉਹ ਗੁਰਾਂ ਦੁਆਰਾ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਅਰਾਧਦੇ ਨੇ। ਫਿਰ ਉਹੀ ਗੁਰਮੁਖ ਜਨ ਆਤਮਿਕ ਸੁਖ, ਆਤਮਿਕ ਆਨੰਦ ਨੂੰ ਪ੍ਰਾਪਤ ਕਰਦੇ ਹਨ। ਨਿਜ ਕਰ ਵਾਸਾ ਪਾਈਐ। ਔਰ ਗੁਰਾਂ ਦੁਆਰਾ ਪਰਮੇਸ਼ਰ ਨੂੰ ਚੇਤੇ ਕਰਕੇ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ, ਤੁਰਿਆ ਪਦ ਰੂਪੀ ਘਰ ਦੇ ਵਿੱਚ ਨਿਵਾਸ ਪਾਉਣਾ ਕਰੀਦਾ ਹੈ। ਸਾਚਾ ਸਿਫਤ ਸਮਾਵਹਿ। ਔਰ ਸੱਚੇ ਪਰਮੇਸ਼ਰ ਦੀ ਸਿਫਤ ਕਰਕੇ ਉਸ ਦੇ ਸਰੂਪ ਦੇ ਵਿੱਚ ਸਮਾਉਣਾ ਕਰੀਦਾ ਹੈ। ਸੱਚਾ ਗੈਰ ਗੰਭੀਰ ਹੈ। ਜੋ ਸੱਚਾ ਪਰਮੇਸ਼ਰ ਗਹਿਰ ਡੂੰਘਾ ਅਤੇ ਗੰਭੀਰ ਨਿਰਹਲ ਹੈ, ਜਾਂ ਗਹਿਰ ਨਿਰਹਲ ਅਤੇ ਗੰਭੀਰਤਾ ਵਾਲਾ ਹੈ। ਗੁਰ ਸ਼ਬਦ ਬੁਝਾਈ। ਉਸ ਦੀ ਗੁਰੂ ਉਪਦੇਸ਼ ਦੁਆਰਾ ਸਮਝ ਆਉਂਦੀ ਹੈ,
ਜਾਂ ਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਸਿੱਖਿਆ ਸਮਝਾਈ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਇਹ ਪੰਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੁਆਰਾ ਪੜ੍ਹੀ ਜਾ ਰਹੀ ਹੈ ਕਿ ਇਹ ਸੱਚੇ ਪਾਤਸ਼ਾਹ, ਤੂੰ ਆਸ਼ਚਰਜ ਸਰੂਪ ਹੈ ਤੇ ਵਿਸਮਾਦ ਸਰੂਪ ਹੈ। ਤੂੰ ਸੱਚੀ ਨਾਈ, ਪਰ ਤੂੰ ਆਪ ਹੀ ਸੱਚੀ ਮਹਿਮਾ ਵਾਲਾ ਹੈ, ਤੂੰ ਸੱਚੀ ਆਵਾਜ਼ ਵਾਲਾ ਹੈ। ਤੇਰੀ ਆਵਾਜ਼ ਵੀ ਸੱਚੀ ਹੈ, ਤੇਰੀ ਮਹਿਮਾ ਵੀ ਸੱਚੀ ਹੈ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਨਾਮਾ ਸ਼ਲੋਕ ਉਚਾਰਨ ਕਰ ਰਹੇ ਹਨ। ਸੱਚਾ ਨਾਮ ਧਿਆਏ ਤੂੰ। ਗੁਰੂ ਸਾਹਿਬ ਜੀ ਦਾ ਹੁਕਮ ਹੈ, ਹੇ ਜੀ ਤੂੰ ਸਤਿਸਵਰੂਪ ਪਰਮੇਸ਼ਰ ਦੇ ਨਾਮ ਨੂੰ ਇਕਾਗਰ ਚਿਤ ਹੋ ਕੇ ਧਿਆਉਣਾ ਕਰ, ਅਰਾਧਨਾ ਕਰ। ਆਰਾਧਨਿਕ ਹਰ ਹਰ ਨਾਮ ਆਰਾਧਨਾ। ਆਰਾਧਨਾ ਦੇ ਵਿੱਚੋਂ ਹਰੀ ਦੇ ਨਾਮ ਦੀ ਆਰਾਧਨਾ ਚੰਗੀ ਹੈ। ਸਭੋ ਵਰਤੈ ਸੱਚ। ਸਾਰੇ ਨਿਸ਼ਚਾ ਕਰ ਕਿ ਸਭਨਾਂ ਦੇ ਵਿੱਚ ਸੱਚ ਸਰੂਪ ਹੀ ਵਰਤਦਾ ਹੈ। ਇਸੇ ਪ੍ਰਕਾਰ ਸਭੋ ਵਰਤੈ ਸੱਚ। ਜਦ ਸੱਚਾ ਨਾਮ ਧਿਆਏ ਤੂੰ, ਸੱਚੇ ਦਾ ਨਾਮ ਧਿਆਵੇਂਗਾ ਤਾਂ ਤੈਨੂੰ ਸਾਰਿਆਂ ਵਿੱਚ ਸੱਚ ਸਰੂਪ ਹੀ ਵਰਤਦਾ ਦਿਸੇਗਾ। ਐਸਾ ਪ੍ਰਕਾਸ਼ ਤੇਰੇ ਹਿਰਦੇ ਵਿੱਚ ਹੋਵੇਗਾ, ਭਾਵ ਅਵਰਨ ਦਾ ਪਰਦਾ ਤੇਰੇ ਅੰਦਰੋਂ ਚੁੱਕਿਆ ਜਾਵੇਗਾ। ਨਾਨਕ ਹੁਕਮ ਜੋ ਬੁਝੈ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਜਿਹੜਾ ਪੁਰਖ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਜਪਣ ਰੂਪੀ ਹੁਕਮ ਨੂੰ ਸਮਝਦਾ ਹੈ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ, ਸੋ ਫਲ ਪਾਏ ਸੱਚ। ਉਹ ਸੱਚ ਸਰੂਪ ਦੀ ਪ੍ਰਾਪਤੀ ਰੂਪ ਸ੍ਰੇਸ਼ਟ ਫਲ ਨੂੰ ਪਾ ਲੈਂਦਾ ਜਾਂ ਸੱਚਾ ਬ੍ਰਹਮ ਗਿਆਨ ਰੂਪੀ ਫਲ ਪਾ ਲੈਂਦਾ ਹੈ। ਕਥਨੀ ਬਦਨੀ ਕਰਤਾ ਫਿਰੈ। ਜਿਹੜਾ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦਾ ਨਾਮ ਜਪਣ ਰੂਪੀ ਹੁਕਮ ਨੂੰ ਨਹੀਂ ਸਮਝਦਾ, ਉਹ ਪੁਰਖ ਕੇਵਲ ਕਥਾ ਕਰਨੀ ਹੀ, ਵਾਰਤਾ ਕਰਨੀ, ਮੂੰਹ ਦੇ ਨਾਲ ਕਹਿਣ ਵਾਲੀਆਂ ਗੱਲਾਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ, ਮਤਲਬ ਕਮਾਈ ਨਹੀਂ ਕਰਦਾ। ਇਸੇ ਪ੍ਰਕਾਰ ਕਥਨੀ ਬਦਨੀ ਕਰਤਾ ਫਿਰੈ। ਭਾਵੇਂ ਕੋਈ ਕਿੰਨੀ ਸੋਹਣੀ ਕਥਾ ਕਰਨੀ ਜਾਣਦਾ ਹੋਵੇ, ਭਾਵੇਂ ਕੋਈ ਚੰਗੀ ਕਵੀਸ਼ਰੀ ਜਾਣਦਾ ਹੋਵੇ, ਤੇ ਉਹਦੇ ਮੂੰਹ ਦੇ ਨਾਲ ਹੀ ਕਰਦਾ ਫਿਰਦਾ ਹੈ। ਕਰਦਾ ਹੋਇਆ ਦੁਨੀਆ ਦੇ ਵਿੱਚ ਵਾਹ ਤਾਂ ਖੱਟੀ ਜਾਂਦਾ ਹੈ, ਤੁਰਿਆ ਫਿਰਦਾ ਰਹਿੰਦਾ ਹੈ। 25,000 ਨਹੀਂ ਮੈਂ 50,000 ਲਵਾਂਗਾ, 51,000 ਲਵਾਂਗਾ, ਮੇਰੀ ਇੰਨੀ ਪੇਟਾ ਹੈ। ਉਹ ਤਾਂ ਇਹਨਾਂ ਗੱਲਾਂ 'ਚ ਤੁਰਿਆ ਫਿਰਦਾ ਹੈ। ਹੁਕਮ ਨ ਬੂਝੈ ਸੱਚ। ਜੋ ਕਿਹਾ ਹੈ ਤਿਸ ਨੂੰ ਕਮਾਉਣਾ ਵੀ ਹੈ। ਉਹ ਪੁਰਖ ਸੱਚੇ ਗੁਰਾਂ ਦਾ ਇਹ ਨਾਮ ਜਪਣ ਵਾਲਾ ਹੁਕਮ ਨਹੀਂ ਬੁੱਝਦਾ ਜਾਂ ਗੁਰਾਂ ਦਾ ਹੁਕਮ ਨਹੀਂ ਬੁੱਝਦਾ। ਇਸੇ ਕਰਕੇ ਉਸ ਨੂੰ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾਨਕ ਹਰਿ ਕਾ ਪਾਣਾ ਮੰਨੇ, ਸੋ ਸੁਭਗਤ ਹੋਏ। ਸਤਿਗੁਰੂ ਅਮਰਦਾਸ ਜੀ ਕਥਨ ਕਰਦੇ ਨੇ ਕਿ ਜੋ ਹਰੀ ਪਰਮੇਸ਼ਰ ਦਾ ਭਾਣਾ ਹੁਕਮ ਮੰਨਦਾ ਉਹੀ ਅਸਲੀ ਭਗਤ ਹੁੰਦਾ ਹੈ। ਵਿਣ ਮੰਨੇ ਕੱਚਨ ਕੱਚ। ਜਿਹੜਾ ਭਾਣਾ ਮੰਨੇ ਤੋਂ ਬਿਨਾ ਹੈ ਉਹ ਝੂਠਾ ਪੁਰਖ ਗੱਲਾਂ ਨੂੰ ਤਾਂ ਬਾਰੇ ਨਹੀਂ ਆਉਣ ਦਿੰਦਾ। ਹਮੇ ਹੈ ਥਮੇ ਹੈ ਤੇ ਪਰ ਉਹ ਹੈ ਕੱਚਿਆਂ ਤੋਂ ਵੀ ਕੱਚਾ, ਕੱਚੇ ਵਿਸ਼ਿਆਂ 'ਚ ਲਾ ਕੇ ਕਚਿਆਈ ਵਾਲਾ ਹੈ। ਇਹ ਕੱਚਨ ਕੱਚ ਪਾਠ ਸੰਪਰਦਾਈ ਹੈ। ਜੇ ਆਪਾਂ ਕੱਚ ਤੇ ਨਿਕੱਚ ਅਰਥ ਲਈ ਮੰਨੀਏ, ਉਹ ਨੇ ਕੱਚ ਨੇ ਵਿਸ਼ੇਸ਼ ਕਰਕੇ ਕੱਚਿਆਂ ਤੋਂ ਕੱਚਾ ਜਾਂ ਕੱਚ ਤੋਂ ਵੀ ਕੱਚਾ ਨਿਕੰਮਾ ਪੁਰਖ ਹੈ। ਗੱਲਾਂ ਤਾਂ ਬਹੁਤੀਆਂ ਜਾਣਦਾ ਪਰ ਕਰਨਾ ਕੁਛ ਵੀ ਨਹੀਂ ਆਉਂਦਾ ਹੈ। ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਮੁਖ ਬੋਲ ਨਾ ਜਾਣਨੀ। ਜਾਣਨੀ ਅਣਾਣਾ ਪਹਿਲਾਂ ਨੰਨਾ ਬਾਅਦ ਵਿੱਚ ਇਉਂ ਪਾਠ ਬਣੇਗਾ। ਜਾਣਨੀ
ਮਨਮੁਖ ਪੁਰਖ ਗੁਰਮੁਖ ਵਾਲੀ ਮਿੱਠੀ ਬਾਣੀ ਬੋਲਣਾ ਨਹੀਂ ਜਾਣਦਾ ਹੈ। ਮਿੱਠਾ ਬੋਲਣਾ ਨੂੰ ਆਉਂਦਾ ਹੀ ਨਹੀਂ ਹੈ। ਜਬ ਬੋਲੇ ਤਾਂ ਫੀਕੇ, ਜਦ ਵੀ ਬੋਲਦਾ ਤਾਂ ਫਿੱਕਾ ਬਚਨ ਬੋਲਦਾ ਹੈ। ਹਿਰਦਾ ਸਾੜ ਕੇ ਰੱਖ ਦਿੰਦਾ। ਆਪ ਤਾਂ ਸ਼ਾਂਤੀ ਸੰਯੁਕਤ ਹੈ ਹੀ ਨਹੀਂ। ਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਆਪ ਦਾ ਤਾਂ ਤਨ ਮਨ ਫਿੱਕਾ ਹੈ ਹੀ ਹੈ, ਦੂਸਰੇ ਦਾ ਮੂਡ ਵਿਗਾੜ ਦਿੰਦਾ। ਚੰਗਾ ਬੜਾ ਅੰਮ੍ਰਿਤ ਵੇਲੇ ਉੱਠਿਆ, ਗੁਰਦੁਆਰੇ ਦਰਸ਼ਨ ਮੇਲੇ ਕੀਤੇ, ਨਿਤਨੇਮ ਜੋ ਵੀ ਸਭ ਖਤਮ ਕਰ ਦਿੰਦਾ ਇੱਕ ਫਿੱਕਾ ਬਚਨ ਬੋਲ ਕਰਕੇ। ਇਸ ਲਈ ਮਨਮੁਖਾਂ ਤੋਂ ਜਿੰਨੀ ਵੀ ਦੂਰੀ ਰਹੇ ਉਨੀ ਹੀ ਚੰਗੀ ਹੈ। ਆ ਕਰੋਨਾ ਵਾਇਰਸ ਤੋਂ ਵੀ ਉਹ ਲੋਕ ਪੈੜੇ ਨੇ, ਮੱਥੇ ਲੱਗਦੀਆਂ ਹੀ ਉਹ ਵਾਇਰਸ ਦੀ ਤਰ੍ਹਾਂ ਮਨ ਵਿਗਾੜ ਦਿੰਦੇ ਹਨ। ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਕਿਉਂਕਿ ਜਿਹੜੇ ਮਨਮੁਖ ਨੇ ਵਾਹਿਗੁਰੂ ਦਾ ਜਸ ਤਾਂ ਬੋਲਣਾ ਉਹਨਾਂ ਨੂੰ ਆਉਂਦਾ ਹੀ ਨਹੀਂ। ਕੋਈ ਬਾਣੀ ਥੋੜ੍ਹਾ ਸੁਣਾਉਣੀ ਹੈ ਜਾਂ ਕੋਈ ਸਾਖੀ ਨਹੀਂ ਸੁਣਾਉਣੀ। ਉਹਨਾਂ ਤਾਂ ਕਾਮ ਦੀਆਂ ਬਾਤਾਂ ਮਾਰਨੀਆਂ ਨੇ ਤੇ ਕ੍ਰੋਧ ਦੀਆਂ ਗੱਲਾਂ ਕਰਨੀਆਂ ਨੇ, ਕਿਉਂਕਿ ਉਹਨਾਂ ਦੇ ਹਿਰਦੇ 'ਚ ਹੈ ਹੀ ਕਾਮ ਦੀ ਵਾਸ਼ਨਾ। ਅੰਦਰ ਕਮਾਣਾ ਸਰਪ ਰੁਗੜ ਹੈ, ਜੋ ਉਹਨਾਂ ਦੇ ਢਿੱਡ 'ਚ ਚੱਲਿਆ ਉਹੀ ਤਾਂ ਬੋਲ ਕੇ ਦੱਸਣਗੇ। ਤੇ ਕ੍ਰੋਧ ਵਿੱਚ ਹੰਕਾਰ ਵਿੱਚ ਉਹਨਾਂ ਦੇ ਬੋਲ ਹੋਣਗੇ। ਇਸ ਲਈ ਉਹ ਔਗਣਾਂ ਵਾਲੇ ਨੇ, ਉਹਨਾਂ ਤੋਂ ਸੋ ਹਮੇਸ਼ਾ ਹੀ ਦੂਰ ਰਹੀਏ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੈਂ ਜਾਈਏ ਭਾਗ। ਬਾਸਨ ਕਾਰੂ ਪਰਸੀਏ, ਤਉ ਕਛ ਲਾਗੇ ਦਾਗ। ਓਏ ਕਥਾਉ ਕਥਾਉ ਨਾ ਜਾਣਨੀ, ਓਏ ਥਾਉ ਕਥਾਉ ਨਾ ਜਾਣਨੀ। ਥਾਂ ਜਿਹੜਾ ਹੈ ਆ ਜਿੱਥੇ ਤੁਸੀਂ ਬੈਠੇ ਹੋਏ ਹੋ, ਯਾਨੀ ਚੰਗਾ ਥਾਂ, ਸਤ ਸੰਗਤ ਦਾ ਥਾਂ। ਤੇ ਕਥਾਉ ਖੋਟੀ ਜਗ੍ਹਾ ਕਿਹੜੀ ਹੈ? ਸਿਨੇਮਾ ਘਰ ਤੇ ਵੇਸਵਾ ਦਾ ਕੋਠਾ। ਸੋ ਇਸ ਲਈ ਜਿਹੜਾ ਮਨਮੁਖ ਪੁਰਖ ਹੈ ਉਹ ਤਾਂ ਚੰਗੀ ਥਾਂ ਸਤਸੰਗਤ ਦੀ ਰਿਸਪੈਕਟ ਨੂੰ ਨਹੀਂ ਜਾਣਦਾ। ਤੇ ਜਿਹੜਾ ਖੋਟਾ ਥਾਂ ਹੈ ਉਹਦੇ ਔਗਣਾਂ ਬਾਰੇ ਉਹਨੂੰ ਕੁਛ ਗਿਆਨ ਹੀ ਨਹੀਂ, ਪਤਾ ਹੀ ਨਹੀਂ। ਮਤਲਬ ਕੋਈ ਪਰਵਾਹ ਨਹੀਂ ਕਰਦਾ, ਕਹਿੰਦਾ ਖਾਧਾ ਪੀਤਾ ਲਾਏ ਲਾ ਦਮ ਦਾ ਕੀ ਵਸਾ। ਚੰਗਾ ਥਾਂ ਖੋਟਾ ਥਾਂ, ਕਹਿਣ ਦਾ ਪਾਪ ਭਲਾ ਬੁਰਾ ਕਰਮ, ਪਾਪ ਪੁੰਨ, ਸੰਗਤ ਕੁਸੰਗਤ, ਯੋਗਤਾ ਯੋਗਤਾ ਇਤਿਆਦਿਕ ਉਹ ਨਹੀਂ ਜਾਣਦੇ। ਜਾਂ ਇਸੇ ਪ੍ਰਕਾਰ ਓਏ ਥਾਉ ਕਥਾਉ ਨਾ ਜਾਣਨੀ। ਉਹ ਤੁਰਿਆ ਪਦ ਰੂਪੀ ਥਾਂ ਦੇ ਔਗਣਾਂ ਵਾਲਾ ਖੋਟਾ ਥਾਂ ਜਾਂ ਨਰਕ ਤੇ ਸਵਰਗ ਆਦਿਕ ਨੂੰ ਨਹੀਂ ਜਾਣਦੇ। ਕਹਿੰਦੇ ਕੋਈ ਨਰਕ ਸਵਰਗ ਨਹੀਂ ਹੈ, ਸਭ ਕੁਛ ਦੁਨੀਆ 'ਚ ਹੀ ਹੈ। ਜਿਹਨੂੰ ਮਰਜ਼ੀ ਪੁੱਛ ਲਓ, ਪਤਾ ਪੁਤਾ ਧੇਲੇ ਦਾ ਹੈ ਨਹੀਂ। ਪਤਾ ਆਪਦੇ ਘਰ ਦਾ ਵੀ ਨਹੀਂ ਵੀ ਸਾਡੇ ਘਰ ਕੀ ਬਣ ਰਿਹਾ। ਤੇ ਬਾਤਾਂ ਮਾਰਦੇ ਨੇ ਨਰਕਾਂ ਦੇ ਸਵਰਗਾਂ ਦੀਆਂ। ਬੰਦਾ ਪੁੱਛੇ ਵੀ ਤੂੰ ਵੇਖਿਆ ਵੀ ਨਹੀਂ ਹੈ ਜਾਂ ਹੈ। ਜੋ ਗੁਰੂ ਦੀ ਬਾਣੀ ਵਿੱਚ ਸਾਡੇ ਗੁਰੂਆਂ ਪੀਰਾਂ ਸੰਤਾਂ ਭਗਤਾਂ ਨੇ ਲਿਖਿਆ, ਉਹਨਾਂ ਸਭ ਕੁਛ ਜਾਣਕਾਰੀ ਮੁਤਾਬਕ ਹੀ ਲਿਖਿਆ। ਤੈਨੂੰ ਤਾਂ ਆਪਦੇ ਬਾਰੇ ਨਹੀਂ ਪਤਾ ਵੀ ਮੈਂ ਕਿੱਥੇ ਤੁਰਿਆ ਫਿਰਦਾ। ਤੋ ਨਰਕ ਸਵਰਗ ਬਾਰੇ ਤੂੰ ਕੀ ਦੱਸ ਸਕਦਾ ਹੈ? ਇਉਂ ਭੋਲ ਹੀ ਕਹਿ ਦੇਣਾ ਕੋਈ ਨਰਕ ਨਹੀਂ ਕੋਈ ਸਵਰਗ ਨਹੀਂ। ਸਾਨੂੰ ਕੀ ਪਤਾ? ਸਭ ਕੁਛ ਹੈ। ਨਰਕ ਅਤੇ ਸਵਰਗ ਨੂੰ ਨਹੀਂ ਜਾਣਦੇ, ਕਿਉਂਕਿ ਉਹਨਾਂ ਨੇ ਗਲਤੀਆਂ ਤਾਂ ਛੱਡਣੀਆਂ ਨਹੀਂ, ਪਾਪ ਤਾਂ ਤਿਆਗਣੇ ਨਹੀਂ। ਸੋ ਉਹਨਾਂ ਦੇ ਹਿਰਦੇ ਦੇ ਵਿੱਚ ਪਦਾਰਥਾਂ ਦੇ ਜੋੜਨ ਦਾ ਲਾਲਜੂ ਆ ਅਤੇ ਵਿਕਾਰ ਭੋਗਣ ਦੀ ਇੱਛਾ ਹੈ। ਤੋ ਇਸ ਕਰਕੇ ਨਰਕ ਸਵਰਗ ਆਦਿਕ ਜਗ੍ਹਾ ਨੂੰ ਨਹੀਂ ਜਾਣਦੇ। ਉਹਨੇ ਅੰਤਰ ਲੋਭ ਵਿਕਾਰ। ਸੋ ਖਾਣ ਪੀਣ ਦਾ, ਪਹਿਨਣ ਭੋਗਣ ਦਾ, ਜੋੜਨ ਦਾ ਲੋਭ ਲਾਲਚ ਹੈ ਅਤੇ ਮਨ ਵਿੱਚ ਵਿਕਾਰਾਂ ਦੇ ਭੋਗਾਂ ਦੀ ਇੱਛਾ ਹੈ। ਓਏ ਆਪਣੇ ਸੁਆਏ ਆਏ ਪਹਿ ਗੱਲਾਂ ਕਰਹਿ। ਜੇ ਉਹ ਮਨਮੁਖ ਆਪਣੇ ਮਤਲਬ ਵਾਸਤੇ ਸਤਸੰਗਤ ਵਿੱਚ ਆ ਵੀ ਜਾਂਦੇ ਨੇ ਅਤੇ ਆਪ ਦੀਆਂ ਘਰ ਦੀਆਂ ਹੀ ਬਾਤਾਂ, ਆਪ ਦੀ ਰਾਮ ਕਹਾਣੀ ਛੋਹ ਕੇ ਬੈਠ ਜਾਂਦੇ ਨੇ, ਦੂਜਿਆਂ ਨੂੰ ਵੀ ਡਿਸਟਰਬ ਕਰਦੇ ਨੇ। ਤੋ ਸਤਸੰਗਤ ਵਿੱਚ ਬੈਠ ਕੇ ਉਹ ਸੰਸਾਰੀ ਗੱਲਾਂ ਹੀ ਕਰਦੇ ਰਹਿੰਦੇ ਹਨ। ਉਹਨਾਂ ਮਾਰੇ ਜਮ ਜੰਦਾਰ। ਇਸ ਲਈ ਉਹਨਾਂ ਨੂੰ ਮਨਮੁਖਾਂ ਨੂੰ ਜਿੰਦ ਦਾ ਜਿਹੜਾ ਵੈਰੀ ਯਮਦੂਤ ਹੈ ਉਹ ਡੰਡੇ ਮਾਰਦਾ ਹੈ।
ਡੰਡੇ ਨਾਲ ਮਾਰ ਕੁਟਾਈ ਕਰਦਾ ਹੈ। ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੇ ਨਬੇਰਾ। ਅੱਗੇ ਦਰਗਹ ਲੇਖਾ ਮੰਗਿਆ, ਅੱਗੇ ਰੱਬ ਦੀ ਦਰਗਾਹ ਜੋ ਧਰਮ ਰਾਜੇ ਦੀ ਨਿਆਈ ਸਭਾ, ਉਹਦੇ ਵਿੱਚ ਮਨਮੁਖਾਂ ਤੋਂ ਕੀਤੇ ਕੁਕਰਮਾਂ ਦਾ ਹਿਸਾਬ ਲਿਆ ਜਾਵੇਗਾ। ਮਾਰ ਖੁਆਰ ਕੀਚਹਿ ਕੂੜਿਆਰ, ਹਰ ਝੂਠ ਦੀ ਪ੍ਰਾਪਤੀ ਵਾਲੇ ਪੁਰਖ ਮਾਰ ਮਾਰ ਕੇ ਖਰਾਬ ਕੀਤੇ ਜਾਣਗੇ। ਇਹ ਕੂੜੈ ਕੀ ਮਲ ਕਿਉ ਉਤਰੈ, ਇਹ ਸਾਧ ਸੰਗਤ ਜੀ ਪ੍ਰਸ਼ਨ ਰੂਪ ਦੇ ਵਿੱਚ ਪੰਗਤੀ ਹੈ ਕਿ ਇਹ ਜਿਹੜੀ ਝੂਠ ਦੀ ਮੈਲ ਹੈ ਇਹ ਅੰਦਰੋਂ ਕਿਵੇਂ ਉਤਰੇ। ਕਿਉ ਕੋਈ ਕੱਢਹੁ ਇਹੋ ਵਿਚਾਰ, ਕੋਈ ਇਹ ਨਿਰਣਾ ਕਰਕੇ ਕੱਢੋ, ਭਾਵ ਇਹ ਦੱਸਣਾ ਕਰੋ ਵੀ ਸਾਡੇ ਹਿਰਦੇ ਦੇ ਵਿੱਚ ਜਿਹੜੀ ਮੈਲ ਹੈ ਇਹ ਮੈਲ ਕਿਵੇਂ ਉਤਰੇ। ਕਿਉਂਕਿ ਸੋ ਜਿਨ੍ਹਾਂ ਅੰਦਰ ਕਪਟ ਹੈ ਤੇ ਜਿਨ੍ਹਾਂ ਦੇ ਅੰਦਰ ਕਪਟ ਹੈ, ਛਲ ਫਰੇਬ ਰੂਪੀ ਮੈਲ ਹੈ। 4 ਪ੍ਰਕਾਰ ਦੀਆਂ ਮੈਲਾਂ ਨੇ, ਛਲੰਗ ਛਿਦਰੰਗ ਕੋਟ ਵਿਗਣ। ਛਲ ਕਰਨਾ, ਫਰੇਬ ਕਰਨਾ, ਕਿਸੇ 'ਚ ਔਗਣ ਵੇਖਣੇ ਤੇ ਕਿਸੇ ਦੇ ਬਣਦੇ ਕੰਮ 'ਚ ਕਰੋੜਾ ਵਿਘਨ ਪਾ ਦੇਣੇ। ਅਪਰਾਧੰ ਗੇਲ ਵਿਖ ਮਲੰਗ, ਅਪਰਾਧ ਕਰਨਾ, ਬੱਜਰ ਪਾਪ ਕਰਨੇ। ਸੋ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਮੈਲ ਹੈ, ਝੂਠ ਬੋਲਣ ਦੀ ਮੈਲ ਹੈ, ਛਲ ਫਰੇਬ ਦੀ ਮੈਲ ਹੈ, ਉਹ ਕਿਵੇਂ ਉਤਰੇ ਇਹ ਨਿਰਣਾ ਕਰਕੇ ਕੱਢੋ। ਇਹ ਦੱਸੋ ਭਾਈ, ਇਹ ਪ੍ਰਸ਼ਨ ਕੁਐਸਚਨ ਮਾਰਕ ਹੈ। ਸਤਿਗੁਰ ਮਿਲੈ ਤਾਂ ਨਾਮ ਦੜਾਏ, ਹਾਂਜੀ, ਜਦ ਇਨਸਾਨ ਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਜੀਵ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਵਾਹਿਗੁਰੂ ਮਿਲਾਉਂਦਾ ਹੈ, ਤਾਂ ਪੂਰੇ ਸਤਿਗੁਰੂ ਜੀ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਉਂਦੇ ਨੇ, ਪ੍ਰਪਾ ਕਰਾਉਂਦੇ ਨੇ, ਆਪ ਦੀ ਬਾਣੀ ਪੜਾਉਂਦੇ ਨੇ, ਨਿਤਨੇਮ ਦੇ ਵਿੱਚ ਚਿੱਤ ਜੋੜਦੇ ਹਨ। ਸਭ ਕਿਲ ਵਿਖ ਕੱਟਣ ਹਾਰ, ਜੋ ਨਾਮ ਸਾਰੇ ਪਾਪਾਂ ਨੂੰ ਕੱਟਣੇ ਵਾਲਾ ਹੈ। ਇੱਕੋ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਪਾਪ ਕੱਟਦਾ ਹੈ। ਨਹੀਂ ਤੇ ਜਿੰਨੀ ਵਾਰੀ ਮਰਜ਼ੀ ਗੰਗਾ ਨਹਾਈ ਜਾਓ, ਜਿੰਨਾ ਮਰਜ਼ੀ ਦਾਨ ਪੁੰਨ ਕਰੀ ਜਾਓ, ਇਹਦੇ ਨਾਲ ਹਿਰਦੇ ਦੀ ਮੈਲ ਨਹੀਂ ਉਤਰਦੀ। ਗੰਗਾ ਜਲ ਗੁਰੂ ਗੋਬਿੰਦ ਨਾਮ, ਜਿਹੜਾ ਗੰਗਾ ਦਾ ਜਲ ਹੈ ਗੁਰਮਤਿ ਦੇ ਵਿੱਚ ਗੁਰੂ ਗੋਬਿੰਦ ਦਾ ਨਾਮ ਹੀ ਹੈ, ਜੋ ਵਾਹਿਗੁਰੂ ਵੱਲੋਂ ਬਾਣੀ ਦੁਆਰਾ ਪ੍ਰਾਪਤ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਤੋ ਮਨ ਪਾਹੋ। ਜਿਵੇਂ ਕੋਲੂ ਦੀ ਲੀਰ ਭਾਵੇਂ ਸੈਂਕੜੇ ਵਾਰ ਧੋਈਏ ਉਹ ਉਜਲ ਸਾਫ਼ ਨਹੀਂ ਹੁੰਦੀ, ਤੇ ਜੇ ਸਾਫ਼ ਹੋ ਵੀ ਜਾਏ ਤਾਂ ਫਿਰ ਕੋਲੂ ਸਾਫ਼ ਕਰਨ ਦਾ ਸਮਾਂ ਆ ਜਾਂਦਾ। ਇੰਜ ਸਾਡਾ ਮਨ ਪਿਛਲੇ ਜਨਮਾਂ ਦੇ ਭੈੜੇ ਸੰਸਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਪਿਆ। ਇਹ ਕਰਮ ਕਾਂਡਾਂ ਦੇ ਨਾਲ ਸਾਫ਼ ਨਹੀਂ ਹੋਣ ਵਾਲਾ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆਹੋ। ਸਿਆਹ ਕਾਲਾ ਜਿਸ ਤਰ੍ਹਾਂ ਕੋਲਾ ਹੁੰਦਾ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਰੂਪ ਨਾ ਵਸ ਵਟਾਇਆ। ਤੋ ਐਸਾ ਇਹ ਸਾਡਾ ਭੈੜਾ ਅਮੂੜ ਮਨ ਹੈ। ਤੇ ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋ ਮਨ ਬਾਹੋ। ਭਾਵੇਂ ਸੈਂਕੜੇ ਵਾਰ ਧੋਈਏ, ਦੁੱਧ ਦਹੀਂ ਲੱਸੀ ਵਿੱਚ ਪਾਈਏ, ਫਿਰ ਵੀ ਕੋਲੂ ਦੀ ਲੀਰ ਸਾਫ਼ ਨਹੀਂ ਹੁੰਦੀ। ਤੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਸ੍ਰੀ ਜਪਜੀ ਸਾਹਿਬ ਦੇ ਵਿੱਚ, ਜੋ ਆਪਾਂ ਨਿਤ ਪੜ੍ਹਦੇ ਹਾਂ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਹੋਤ ਹੋਏ। ਮੂਤ ਨਾਲ ਕੱਪੜਾ ਪਲੀਤ ਹੋ ਜਾਏ ਤਾਂ ਸਾਬਣ ਲਾ ਕੇ ਉਹਨੂੰ ਧੋਤਾ ਜਾ ਸਕਦਾ, ਪਰ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੇ ਰੰਗ। ਜਿਹੜੀ ਸਾਡੀ ਬੁੱਧੀ ਹੈ ਪਾਪ ਕਰਮਾਂ ਦੇ ਨਾਲ ਮੈਲੀ ਹੋ ਜਾਏ ਤੇ ਉਹ ਵਾਹਿਗੁਰੂ ਦੇ ਨਾਮ ਰੰਗ ਦੇ ਨਾਲ ਹੀ ਧੁੱਪਦੀ ਹੈ। ਸੋ ਸਤਿਗੁਰੂ ਮਿਲਿਆ ਤਾਂ ਨਾਮ ਦ੍ਰਿੜਾਏ। ਜੇ ਸਤਿਗੁਰੂ ਜੀ ਮਿਲਾਏ ਮਹਾਰਾਜ ਤਾਂ ਨਾਮ ਨੂੰ ਗੁਰੂ ਸਾਹਿਬ ਦ੍ਰਿੜ ਕਰਾਉਂਦੇ ਹਨ। ਤਾਂ ਜਿੰਨੇ ਵੀ ਪਾਪ ਕਰਮਾਂ ਦੀ ਮੈਲ ਮਨ ਨੂੰ ਲੱਗੀ ਹੋਈ ਹੈ ਉਹ ਸਭ ਕਿਲਵੇ ਕੱਟਣਹਾਰ, ਸਾਰੇ ਪਾਪਾਂ ਦੀ ਮੈਲ ਨੂੰ ਕੱਟਣ ਵਾਲੇ ਨੇ। ਇਸ ਲਈ ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ।
ਅਰਦਾਸ ਕਰੀਏ, ਬੇਨਤੀ ਕਰੀਏ। ਇਹ ਸਤਿਗੁਰ ਸੱਚੇ ਪਾਤਸ਼ਾਹ, ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰੋ ਮੈਲ ਕੱਟਣ ਵਾਲਾ ਵਾਹਿਗੁਰੂ ਨਾਮ ਦ੍ਰਿੜ ਕਰਾਓ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲੇਹੁ ਉਬਾਰੀ। ਸਦ ਬਖਸ਼ੇਂਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਤੋ ਗੁਰੂ ਸਾਹਿਬ ਕਿਰਪਾ ਕਰਕੇ ਇਹ ਪਾਵਨ ਸ਼ਬਦ ਪੜ੍ਹਨ ਤੋਂ ਜੋ ਅਰਦਾਸ ਰੂਪ ਹੈ, ਪਾਪਾਂ ਦੀ ਮੈਲ ਨੂੰ ਕੱਟਣ ਵਾਲੇ ਇਹ ਹਨ। ਨਾਮ ਜਪੇ ਨਾਮੋ ਆਰਾਧੇ। ਸਾਡਾ ਸੁਭਾਵ ਕੀ ਅੰਮ੍ਰਿਤਧਾਰੀਆਂ ਦਾ ਕਿਸੇ ਨੂੰ ਵੀ ਚੇਤਾ ਨਹੀਂ ਵੀ ਆਪਾਂ ਪੰਜ ਪਿਆਰਿਆਂ ਦੇ ਪਾਸੋਂ ਮੂਲ ਮੰਤਰ ਜਾਂ ਵਾਹਿਗੁਰੂ ਨਾਮ ਲਿਆ ਅਤੇ ਇਸ ਨੂੰ ਜਪਣਾ ਵੀ ਹੈ। ਜਿਨ੍ਹਾਂ ਦੀ ਅਸੀਂ ਨਿੰਦਿਆ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਮਾੜਾ ਕਹਿੰਦੇ ਹਾਂ, ਪਖੰਡੀ ਗੁਰੂ, ਪਖੰਡੀ ਗੁਰੂਆਂ ਦੇ ਚੇਲੇ, ਮੈਂ ਉਹਨਾਂ 'ਚ ਇੱਕ ਗੁਣ ਵੇਖਿਆ ਵੀ ਉਹ ਅੰਮ੍ਰਿਤ ਵੇਲੇ ਉੱਠਦੇ ਨੇ। ਕੁਕੇ ਨਾਮਧਾਰੀ, ਰਾਧਾ ਸੁਆਮੀ, ਜਿੰਨੇ ਵੀ ਨਾਮ ਕਹਿੰਦੇ ਨਾਮ ਲਿਆ ਜੀ। ਅਤੇ ਆਪਾਂ ਸ਼ਰਾਬ ਵਾਲਿਆਂ ਕੋਲ ਖੜਨਾ ਵੀ ਨਹੀਂ ਜੀ, ਨਾਮ ਲਿਆ, ਚੌਂਕੜਾ ਮਾਰ ਕੇ ਥੱਲੇ ਆਸਣ ਵਿਛਾ ਕੇ ਉਹ ਮਾਲਾ ਨਾਲ ਵਾਹਿਗੁਰੂ ਵਾਹਿਗੁਰੂ ਜਾਂ ਜੋ ਉਹਨਾਂ ਨੇ ਲਿਆ ਉਹ ਜਪਦੇ ਨੇ। ਸਾਨੂੰ ਯਾਦ ਹੀ ਭੁੱਲ ਗਿਆ ਵੀ ਨਾਮ ਆਪਾਂ ਲਿਆ ਸੀ ਅਤੇ ਇਹਨੂੰ ਜਪਣਾ ਵੀ ਹੈ। ਅਤੇ ਇਸ ਵਾਸਤੇ ਪਹਿਲੀ ਗੱਲ ਤਾਂ ਅੰਮ੍ਰਿਤਧਾਰੀ ਘੱਟ ਗਿਣਤੀ, ਅਤੇ ਜੇ ਕੋਈ ਗਾਤਰਾ ਪਾ ਵੀ ਲੈਂਦਾ ਉਹਦਾ ਮਤਲਬ ਸਾਨੂੰ ਪਤਾ ਨਹੀਂ ਹੈ। ਜੇ ਕੋਈ ਪੁੱਛ ਹੀ ਲਏ ਵੀ ਇਹਦਾ ਮਤਲਬ ਕੀ ਹੈ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਮ ਜੇ ਲਿਆ ਹੈ ਅੰਮ੍ਰਿਤ ਦੀ ਦਾਤ ਨਾਲ ਅਤੇ ਉਹਨੂੰ ਜਪਣਾ ਵੀ ਹੈ। ਜੋ ਪਰਮੇਸ਼ਰ ਦੇ ਨਾਮ ਨੂੰ ਬਾਣੀ ਦੇ ਦੁਆਰਾ ਜਪਦਾ ਅਤੇ ਮਨ ਕਰਕੇ ਭਾਵਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਅਰਾਧਾ ਧਿਆਉਂਦਾ ਹੈ। ਤੈਸ ਜਨ ਕਉ ਕਰਹੁ ਸਭ ਨਮਸਕਾਰ। ਮਹਾਰਾਜ ਗੁਰੂ ਅਮਰਦਾਸ ਜੀ ਫਰਮਾਉਂਦੇ ਕਿ ਤਿਸ ਗੁਰਮੁਖ ਜਨ ਨੂੰ ਸਾਰੇ ਨਮਸਕਾਰਾਂ ਕਰੋ ਭਾਈ, ਬੰਦਨਾ ਕਰੋ, ਉਹਨਾਂ ਦੇ ਚਰਨਾਂ 'ਤੇ ਸਿਰ ਝੁਕਾਓ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਨਾਮਨ ਕਾ ਇਹ ਸੁਆਓ, ਜਨ ਕੈ ਸੰਗ ਜਿਤਿ ਆਵੈ ਨਾਉ। ਕਿਉਂ ਮੱਥਾ ਟੇਕਣਾ? ਕਿ ਉਹਨਾਂ ਦੇ ਮੱਥਾ ਟੇਕਣ ਤੋਂ, ਦਰਸ਼ਨ ਕਰਨ ਤੋਂ ਸਾਨੂੰ ਵੀ ਨਾਮ ਚੇਤੇ ਆਵੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਬੋਲੋ ਜੀ ਵਾਹਿਗੁਰੂ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਮਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਦ ਨਾਨਕ ਤੂੜ ਮੰਗੈ ਤਿਸ ਗੁਰ ਸੇ ਕੀ, ਜੋ ਆਪ ਜਪਿਆ ਬਰੇ ਨਾਮ ਜਪਾਵੇ। ਮੱਥਾ ਤਾਂ ਟੇਕਣਾ ਹੈ। ਮੱਥਾ ਟੇਕਣ ਦਾ ਭਾਵ ਨਿਮਰਤਾ ਦਾ ਵਾਚਕ ਹੈ। ਅਤੇ ਇਸ ਵਾਸਤੇ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੈ, ਹਉ ਸਦ ਕੁਰਬਾਨੇ ਜਾਉ। ਨਾਮ ਜਪੇ ਨਾਮੋ ਆਰਾਧੇ, ਜੋ ਨਾਮ ਨੂੰ ਆਪ ਜਪਦਾ ਅਤੇ ਆਰਾਧਦਾ ਹੈ ਅਤੇ ਦੂਸਰਿਆਂ ਨੂੰ ਜਪਾਉਂਦਾ ਹੈ, ਅਤੇ ਇਸ ਪੁਰਖ ਨੂੰ ਸਦਾ ਹੀ ਨਮਸਕਾਰ, ਬੰਦਨਾ, ਡੰਡੌਤ ਕਰਨਾ ਕਰੋ ਭਾਈ। ਮਲ ਕੂੜੀ ਨਾਮ ਉਤਾਰੀਅਨ। ਜਿਸ ਨੇ ਵਿਸ਼ੇ ਵਾਸ਼ਨਾ ਰੂਪੀ ਮੈਲ, ਮਿਥਿਆ ਪਦਾਰਥਾਂ ਦੀ ਪ੍ਰਾਪਤੀ ਰੂਪ ਝੂਠੀ ਮੈਲ ਅੰਮ੍ਰਿਤ ਨਾਮ ਨਾਲ ਉਤਾਰਨਾ ਕੀਤੀ ਹੈ। ਜਪ ਨਾਮ ਹੋਆ ਸਚਿਆਰ। ਉਹ ਨਾਮ ਅੰਮ੍ਰਿਤ ਨੂੰ ਜਪ ਕੇ ਸਚਾਈ ਵਾਲਾ ਜਾਂ ਸੱਚ ਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ। ਜਨ ਨਾਨਕ ਜਿਸ ਦੇ ਇਹ ਚਲਤ ਹੈ। ਸਤਿਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਦਾਸਾ ਭਾਵ ਤਾਰ ਕੇ ਕਿ ਜਿਸ ਵਾਹਿਗੁਰੂ ਦੇ ਇਹ ਕੌਤਕ ਹਨ, ਸੋ ਜੀਵੋ ਦੇ ਬਣਹਾਰ। ਉਹ ਜੀਵਾਂ ਨੂੰ ਦਾਤਾ ਦੇਣ ਵਾਲਾ ਪਰਮੇਸ਼ਰ ਸਦਾ ਹੀ ਪ੍ਰੇਮ ਦੇ ਵਿੱਚ ਮਸਤ ਹੋ ਕੇ ਜਿਉਂਦਾ ਹੈ ਅਤੇ ਹਮੇਸ਼ਾ ਜਿਉਂਦਾ ਰਹੇ। ਇਹ ਮਹਾਰਾਜ ਤੂੰ ਜਿਉਂਦਾ ਰਹਿ,
ਰੋਟੀਆਂ ਖਵਾਉਣ ਵਾਲਾ, ਬਾਣੀ ਸੁਣਾਉਣ ਵਾਲਾ ਅਤੇ ਦਰਸ਼ਨ ਦੇਣ ਵਾਲਾ, ਭਗਤੀ ਕਰਾ ਕੇ ਜੀਆਂ ਨੂੰ ਤਾਰਨ ਵਾਲਾ ਹਮੇਸ਼ਾ ਜਿਉਂਦਾ ਰਹੋ। ਜਿਵੇਂ ਮਰਦਾਨਾ ਮਰਾਸੀ ਗੁਰੂ ਨਾਨਕ ਸਾਹਿਬ ਨੂੰ ਅਸੀਸਾਂ ਦਿੰਦਾ ਹੁੰਦਾ ਸੀ ਕਿ ਜਜਮਾਨਾ ਤੂੰ ਜੁਗ ਜੁਗ ਜੀ, ਹਮੇਸ਼ਾ ਆਨੰਦ ਸੁੱਖ ਭੋਗ। ਤੋ ਇੰਝ ਵਾਹਿਗੁਰੂ ਨੂੰ ਅਸੀਸ ਦੇਣੀ, ਦਾਸਾ ਭਾਵ ਧਾਰ ਕੇ ਨਿਮਰਤਾ ਦੇ ਵਿੱਚ। ਆਪਾਂ ਮੰਗਤੇ ਜੂਆਂ, ਮੰਗਤਾ ਵੱਡਾ ਥੋੜ੍ਹਾ ਹੁੰਦਾ, ਵੱਡਾ ਬਣ ਕੇ ਅਸੀਸ ਨਹੀਂ ਦਿੰਦਾ। ਉਹਨੂੰ ਦਿੱਤਾ ਜੂਆ, ਖੁਸ਼ ਹੋ ਗਿਆ ਤਾਂ ਉਹਨੇ ਅਸੀਸ ਦਿੱਤੀ ਵੀ ਤੂੰ ਸੁਖੀ ਰਹੋ। ਤੋ ਇੰਝ ਅਸੀਂ ਮੰਗਦੇ ਹਾਂ ਗੁਰੂ ਘਰ ਦੇ, ਅਤੇ ਗੁਰੂ ਸਾਹਿਬ ਦਾਤਾਂ ਦੇਣ ਵਾਲੇ ਨੇ। ਇੰਝ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਜਿਹਨੇ ਸਾਨੂੰ ਗਰੀਬਾਂ ਨਿਮਾਣਿਆਂ ਨਤਾਣਿਆਂ ਨੂੰ ਆਪਦੇ ਚਰਨਾਂ 'ਚ ਜਗ੍ਹਾ ਬਖਸ਼ੀ ਹੈ। ਮਰਨ ਤੋਂ ਬਾਅਦ ਤਾਂ ਬੜਾ ਕਿੰਨੇ ਵੇਖਿਆ ਵੀ ਚਰਨਾਂ 'ਚ ਨਿਵਾਸ ਬਖਸ਼ੋ ਜੀ। ਅਰਦਾਸ ਤਾਂ ਕਰ ਹੀ ਦਈਦੀ ਹੈ ਸਭਨਾਂ ਦੀ, ਸਾਡੀ ਵੀ ਕੋਈ ਕਰੂਗਾ ਹੀ। ਅਤੇ ਪਰ ਗੱਲ ਤਾਂ ਜਗ ਜਿਉਂਦਿਆਂ ਦੇ ਮੇਲੇ ਤੋਂ ਜਿਉਂਦਿਆਂ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮਹਰ ਜਾਣੂ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਬੂਸ਼ਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਇੰਝ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਮੈਲ ਹੈ ਕੂੜ ਦੀ ਝੂਠ ਦੀ ਉਹਨੂੰ ਉਤਾਰ ਦਿੱਤਾ ਹੈ ਅਤੇ ਨਾਮ ਜਪ ਕੇ ਸਚਿਆਰ ਹੋਈ ਦਾ ਗੁਰਸਿੱਖ ਹੋਏ ਨੇ। ਜਿਸ ਦੇ ਕੌਤਕ ਨੇ ਉਹ ਦਾਤਾਂ ਦੇਣ ਵਾਲਾ ਵਾਹਿਗੁਰੂ ਹਮੇਸ਼ਾ ਜਿਉਂਦਾ ਰਹੇ। ਅਤੇ ਜੀਵ ਅਸੀਂ ਜੰਮਦੇ ਹਾਂ ਮਰਦੇ ਹਾਂ, ਗੁਰੂ ਗ੍ਰੰਥ ਸਾਹਿਬ ਹਮੇਸ਼ਾ ਹੀ ਜੁਗੋ ਜੁਗ ਅਟਲ ਜਿਹਨੂੰ ਕਹੀਦਾ ਗੁਰਤਾ ਗੱਦੀ ਦਾ ਮਾਲਕ ਹੈ। ਪੌੜੀ ਇਹ ਹਮੇਸ਼ਾ ਜਿਉਂਦਾ ਰਹੇ। ਪੌੜੀ ਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਹੈ। ਤੁਧ ਜੀਵੜ ਦਾਤਾ ਨਾਹੀ, ਹੇ ਪਰਮੇਸ਼ਰ ਤੇਰੇ ਜਿੱਡਾ ਵੱਡਾ ਸੰਸਾਰ ਵਿੱਚ ਹੋਰ ਕੋਈ ਵੀ ਦਾਤਾ ਨਹੀਂ ਹੈ। ਕਿਸ ਆਖ ਸੁਣਾਈਐ, ਇਸ ਲਈ ਹੋਰ ਕਿਸ ਦੇ ਅੱਗੇ ਜਾ ਕੇ ਤੇਰੀ ਸਿਫਤ ਕਹਿ ਕੇ ਸੁਣਾਉਣਾ ਕਰੀਏ। ਗੁਰ ਪ੍ਰਸਾਦੀ ਪਾਏ, ਹੇ ਪਰਮੇਸ਼ਰ ਸਤਿਗੁਰਾਂ ਦੀ ਕਿਰਪਾ ਦੁਆਰਾ ਤੇਰੀ ਪ੍ਰਾਪਤੀ ਵਾਲੇ ਸਤ ਸੰਗਤ ਰੂਪੀ ਥਾਂ ਨੂੰ ਪਾ ਲਿਆ ਹੈ। ਗੁਰ ਪ੍ਰਸਾਦੀ ਪਾਏ, ਗੁਰਾਂ ਦੀ ਕਿਰਪਾ ਦੁਆਰਾ ਜਿਸ ਦੇ ਹਿਰਦੇ ਵਿੱਚੋਂ ਦੇਹ ਦੀ ਹੰਗਤਾ ਚਲੀ ਗਈ ਹੈ ਉਹਨੇ ਤੇਰੇ ਸਰੂਪ ਨੂੰ ਪਾ ਲਿਆ ਹੈ। ਜਿੱਥੋਂ ਹਉਮੈ ਜਾਈਐ, ਅਸੀਂ ਤਾਂ ਉਸ ਜਗ੍ਹਾ ਨੂੰ ਪਾ ਲਿਆ, ਉਸ ਗੁਰਦੁਆਰੇ ਨੂੰ ਪਾ ਲਿਆ, ਉਸ ਗੁਰੂ ਦੇ ਸਰੂਪ ਨੂੰ ਪਾ ਲਿਆ, ਉਸ ਗੁਰੂ ਦੀ ਬਾਣੀ ਨੂੰ ਪਾ ਲਿਆ ਜਿਹਦੇ ਨਾਲ ਜਿੱਥੋਂ ਦੇਹ ਦੀ ਹੰਗਤਾ ਹਉਮੈ ਹੰਕਾਰ ਹੰਗਤਾ ਦੀ ਬਦਬੂ ਅੰਦਰੋਂ ਚਲੀ ਜਾਂਦੀ ਹੈ। ਮਨ ਸੜਿਆਣ ਮਾਰ ਰਹੇ ਨੇ। ਅਤੇ ਇੰਝ ਜਿਹੜਾ ਬੰਦਾ ਇਸ਼ਨਾਨ ਨਾ ਕਰੇ, ਆਪਾਂ ਕਹਿੰਦੇ ਹਾਂ ਵੀ ਤੂੰ ਪਰੇ ਹੋ ਬਈ, ਤੇਰੇ ਕੋਲੋਂ ਤਾਂ ਬਦਬੂ ਆਉਂਦੀ ਆ। ਕਿਉਂ? ਜਿਹਨੇ ਨਾਮ ਦਾ, ਪ੍ਰੇਮ ਦਾ, ਸ਼ਰਧਾ ਦਾ, ਵਿਸ਼ਵਾਸ ਦਾ, ਮਹਾਰਾਜ ਦੀ ਬਾਣੀ ਦੇ ਨਿਤਨੇਮ ਦਾ ਇਸ਼ਨਾਨ ਨਹੀਂ ਕੀਤਾ, ਉਹਨਾਂ ਦਾ ਮਨ ਹੰਕਾਰ ਦੀ ਬਦਬੂ ਨਾਲ ਸੜਿਆਣ ਮਾਰਦਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਗੁਰ ਮੰਤਰ ਵਾਹਿਗੁਰੂ ਹੈ ਜਿਸ ਦੇ ਜਮਣ ਤੋਂ ਹਉਮੈ ਦੀ ਬਦਬੂ ਨਾਸ਼ ਹੁੰਦੀ ਹੈ। ਰਸ ਕਸ ਸਾਦਾ ਬਾਹਰਾ, ਹੇ ਪਰਮੇਸ਼ਰ ਤੂੰ ਦੁਨੀਆ ਦੇ ਰਸਾਂ ਕਸਾਂ 6 ਰਸਾਂ ਦੇ ਕੱਢੇ ਹੋਏ ਅਰਕਾਂ ਦੇ ਸੁਆਦਾਂ ਤੋਂ ਬਾਹਰਾ ਹੈ। ਸੱਚੀ ਵਡਿਆਈਐ, ਇਸ ਲਈ ਤੇਰੀ ਸੱਚੀ ਵਡਿਆਈ ਮਹਿਮਾ ਹੈ। ਇਸੇ ਪ੍ਰਕਾਰ ਰਸ ਕਸ ਸਾਦਾ ਬਾਹਰਾ, ਜਿਹੜੇ ਰਸਾਂ ਕਸਾਂ ਦੇ ਸਵਾਦਾਂ ਤੋਂ ਬਾਹਰ ਹਨ। ਸੱਚੀ ਵਡਿਆਈਐ, ਹਰ ਸਦਾ ਨਾਮ ਜਪਦੇ ਉਹ ਸੱਚੀ ਬ੍ਰਹਮ ਗਿਆਨੀ ਆ ਪਰਮੇਸ਼ਰ ਵਡਿਆਈ ਵਾਲੇ ਹਨ। ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਸੋ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇਹ ਸੱਚੀ ਵਡਿਆਈ ਵਾਲੇ ਹਨ। ਜਿਸ ਨੂੰ ਬਖਸ਼ੇ ਤਿਸ ਦੇ, ਜਿਸ ਨੂੰ ਤੂੰ ਗੁਰਾਂ ਦੁਆਰਾ ਬਖਸ਼ ਲੈਂਦਾ ਹੈ, ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ। ਇਹ ਮੇਰੇ ਪਿਆਰੇ ਜਿਹਦੀ ਔਗਣ ਬਖਸ਼ ਲੈਂਦਾ ਹੈ। ਸੋ ਜਸ ਤੇਰਾ ਗਾਵੈ,
ਆ ਕਥਾ ਤੇ ਕੀਰਤਨ ਸੰਗਤ ਦੇ ਵਿੱਚ ਮਿਲ ਕੇ ਉਹੀ ਤੇਰਾ ਜਸ ਗਾ ਸਕਦਾ, ਨਹੀਂ ਤਾਂ ਦਿਲ ਹੀ ਨਹੀਂ ਲੱਗਦਾ। ਤੋ ਉਹਨੂੰ ਹੀ ਤੂੰ ਆਪਦੇ ਨਾਮ ਦੀ ਦਾਤ ਬਖਸ਼ਦਾ ਹੈ। ਆਪ ਲਈ ਮਿਲਾਈਐ ਪਰ ਆਪਣੇ ਨਾਲ ਮਿਲਾ ਲੈਂਦਾ, ਭੇਦ ਕਰ ਲੈਂਦਾ ਹੈ। ਘਟ ਅੰਤਰ ਅੰਮ੍ਰਿਤ ਰੱਖਿਓ ਨਾ। ਘਟ ਦਾ ਅਰਥ ਹੈ ਘੜਾ। ਘੜਾ ਕਿਹੜਾ? ਬਲੈਡਰ ਜਿਹਾ ਜਿਹੜਾ ਭਰਿਆ ਹੋਇਆ, ਢਿੱਡ ਪੇਟ। ਤੋ ਇਹ ਤਾਂ ਰੋਟੀਆਂ ਨਾਲ ਹੀ ਮੱਤ ਮਾਰੀ ਰੱਖਦੇ ਆ ਆਪਾਂ, ਕਦੀ ਨਾਮ ਦਾ ਖਿਆਲ ਹੀ ਨਹੀਂ ਕੀਤਾ। ਜੇ ਸਾਰਾ ਰੋਟੀਆਂ ਨਹੀਂ ਭਰ ਲਿਆ ਫਿਰ ਨਾਮ ਕਿੱਥੇ ਟਿਕੂਗਾ? ਮਾਫ ਕਰਨਾ ਮਤਲਬ ਜਿਹੜੇ ਔਗਣ ਦੇ ਵਿਕਾਰ ਨੇ ਇਹਨਾਂ ਨਾਲ ਹੀ ਇਹ ਘੜਾ ਭੜਿਆ ਰਿਹਾ, ਅਤੇ ਫਿਰ ਨਾਮ ਕਿੱਥੇ ਸਮਾਊਗਾ? ਭਾਂਡਾ ਤੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, दूध कर्म फुन सुरत समाए होए नराज जमाओ। वस्तु अंदर वस्त मावै ते जे होवे पास, इस तरह महाराज ਦੇ ਬਚਨ ਹਨ। ਤੋ ਇਸ ਲਈ ਸਾਧ ਸੰਗਤ ਜੀਓ ਪਹਿਲਾਂ ਨੂੰ ਸਾਫ਼ ਕਰਨਾ ਪਊਗਾ, ਇਹਦੇ 'ਚ ਔਗਣ ਵਿਕਾਰ ਕੱਢਣੇ ਪੈਣਗੇ, ਤਾਂ ਹੀ ਮਹਾਰਾਜ ਦਾ ਨਾਮ ਇਹਦੇ ਸਮਾਊਗਾ। ਘਟ ਨਾਮ ਹੈ ਹਿਰਦੇ ਦਾ। ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਹਿਰਦੇ 'ਚ ਆਪਣਾ ਅੰਮ੍ਰਿਤ ਨਾਮ ਰੱਖਿਆ ਹੋਇਆ ਹੈ, ਪਰ ਸਾਨੂੰ ਦਰਸ਼ਨ ਨਹੀਂ ਹੁੰਦੇ, ਸਾਨੂੰ ਮਹਿਸੂਸ ਨਹੀਂ ਹੁੰਦਾ, ਨਾਮ ਦਾ ਉਹਦੀ ਪ੍ਰਾਪਤੀ ਨਹੀਂ ਹੁੰਦੀ, ਉਹਦਾ ਸੁਣਨਾ ਨਹੀਂ ਮਿਲਦਾ ਹੈ। ਕਿਉਂ? ਕਿਉਂਕਿ ਅੰਦਰ ਵਿਕਾਰਾਂ ਨਾਲ ਭਰਿਆ ਹੋਇਆ ਹੈ। ਗੁਰਮੁਖ ਕਿਸੈ ਬਿਆਈ। ਹੈ ਤਾਂ ਸਾਰਿਆਂ ਦੇ ਹਿਰਦੇ 'ਚ ਨਾਮ ਅੰਮ੍ਰਿਤ, ਪਰ ਕਿਸੇ ਬਿਰਲੇ ਗੁਰਮੁਖ ਨੂੰ ਹੀ ਗੁਰਾਂ ਦੁਆਰਾ ਵਾਹਿਗੁਰੂ ਅੰਮ੍ਰਿਤ ਨਾਮ ਪਿਲਾਉਂਦਾ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਹੈ। ਇੱਥੇ ਨਾਮੀ ਪੌੜੀ ਸਮਾਪਤ ਹੋਈ ਹੈ, ਪਰ ਸਮਾਪਤੀ ਤੋਂ ਪਹਿਲਾਂ ਇਹ ਪੰਕਤੀ ਲਾਜ਼ਮੀ ਪੜ੍ਹਨੀ ਹੈ। ਇਹ ਸੱਚੇ ਪਾਤਸ਼ਾਹ, ਤੂੰ ਵਾਹੂ ਅਸਚਰਜ ਤੇ ਵਾਹੂ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਤੇਰੀ ਮਹਿਮਾ ਵਾਲਾ ਵੀ ਸੱਚਾ ਹੈ, ਤੂੰ ਸੱਚੀ ਮਹਿਮਾ ਵਡਿਆਈ ਵਾਲਾ ਹੈ। ਤੇਰਾ ਨਾਮ ਵੀ ਸੱਚਾ ਹੈ, ਤੇਰੀ ਮਹਿਮਾ ਵੀ ਸੱਚੀ, ਤੇਰੀ ਵਡਿਆਈ ਵੀ ਸੱਚੀ, ਤੂੰ ਆਪ ਵੀ ਸੱਚਾ ਹੀ ਸੱਚੇ ਪਾਤਸ਼ਾਹ। ਇੱਥੇ ਸਾਧ ਸੰਗਤ ਜੀ 9 ਪੌੜੀਆਂ ਸੰਪੂਰਨ ਹੋਈਆਂ ਨੇ। ਭੁੱਲਾਂ ਚੁੱਕਾਂ ਕਿਰਪਾ ਕਰਕੇ ਮਾਫ ਕਰਨੀਆਂ ਜੀ। ਅੱਗੇ ਤੋਂ ਮਤ ਬਖਸ਼ਣੀ। ਘਟ ਅੰਤਰ ਅੰਮ੍ਰਿਤ ਰੱਖਿਓ ਨਾ, ਗੁਰਮੁਖ ਕਿਸੈ ਬਿਆਈ। ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਭਾਇਆ, ਸਤਿਗੁਰ ਤੋਂ ਪਾਇਆ, ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਮਰੀਆਂ, ਸ਼ਬਦ ਗਾਵਣ ਆਈਆਂ ਸਬਦੋ। ਤਗਾਵ ਹਾਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆਂ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚਾ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਕਰ ਸਾਧ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰੂ ਬੇਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ
ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਾਲਾ ਜਤ ਕਰ ਧਾਰੀਆ ਪੰਜ ਦੁੱਧ ਵਸ ਗੀਤੇ ਗਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ ਅਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਰਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸ਼ਲੋਕ ਪਵਨ ਗੁਰੂ ਬਾਣੀ ਬਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰਾ ਜਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੀ ਛੁਟੀ ਨਾਲ ਠਾਕੁਰ ਤੁਮ ਬੈਰਦਾ ਜੀਉ ਮਿੰਡ ਮਰੀ ਗਤ ਮਿਤ ਤੁਮ ਹੀ ਤੁਧ ਆਗੇ ਅਰਦਾਸ ਹਮਾਰੀ ਕਹੋ ਨਾਨਕ ਸਭ ਤੇਰੀ ਵਡਿਆ ਵਾਹਿਗੁਰੂ 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 ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਦੀ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁਖ ਜਾਏ ਤਿਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾ ਸੰਗ ਨਿਭਾਹੀ
ਤਿਨਾ ਸਮੂਹ ਵਰਤਮਾਨ ਅਤੇ ਪੁਰਾਤਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਦਰਚਿਆ ਰਿਆਇਤ। ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸਾਹ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਇਹ ਅਕਾਲ ਪੁਰਖੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਸਮੂਹ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਦੇ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਔਰ ਸਮੂਹ ਸ਼ਹੀਦ ਸਿੰਘਾਂ ਦੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦਾ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜਿਆ। ਸੱਜੇ ਦੀਵਾਨਾਂ ਵਿੱਚ ਧੁਰ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਚੱਲ ਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮੱਤ ਬਖਸ਼ਣੀ। ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਿਹਾਲ ਕਰਨਾ। ਸਰਬੱਤ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਪ੍ਰਵਾਨ ਕਰਨੀ। ਦਰੋਂ ਘਰੋਂ ਸਰਬੱਤ ਮਾਈ ਭਾਈ ਨੂੰ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਚਰਨਾਂ ਦਾ ਪਿਆਰ ਬਖਸ਼ ਕੇ ਨਿਹਾਲ ਕਰਨਾ। ਕਦਮ ਕਦਮ ਲੇਖੇ ਲਾਉਣੇ ਸਰਬੱਤ ਦੇ ਕਾਰਜ ਰਾਸ ਕਰਨੇ ਜੀਓ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰ ਉਪਰੈ ਤਿਤੈ ਲਹੂ ਉਬਾਰ। ਦੇ ਪਾਵਨ ਬਚਨਾਂ ਮੁਤਾਬਕ ਇਨਸਾਨਾਂ ਨੂੰ ਆਪ ਦੇ ਅੰਦੋਲਨ ਵਿੱਚ ਸਫਲਤਾ ਬਖਸ਼ਿਸ਼ ਕਰਨੀ ਜੀਓ। ਔਰ ਜੋ ਭਿਆਨਕ ਬਿਮਾਰੀਆਂ ਦਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ ਤਿਸ ਵਿੱਚ ਜੀਵਾਂ ਨੂੰ ਰਾਹਤ ਬਖਸ਼ਿਸ਼ ਕਰਨੀ। ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਜੀਓ। ਕਿਰਪਾ ਕਰਨੀ ਸੁੱਖ ਸ਼ਾਂਤੀ ਬਣਾਉਣੀ ਸੱਚੇ ਪਾਤਸ਼ਾਹ ਜੀਓ। ਹਰ ਪ੍ਰਕਾਰ ਘਰਾਂ ਦੇ ਵਿੱਚ ਤੰਦਰੁਸਤੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਜੀਓ। ਇਹਨਾਂ ਅਰਦਾਸਾਂ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਆਪ ਦੀ ਹਜ਼ੂਰੀ 'ਚ ਕੜਾਹ ਪ੍ਰਸ਼ਾਦ ਭੇਟਾ ਹੋਇਆ ਹੈ ਜੀ। ਕਰੋ ਕਿਰਪਾ ਕਰੀ ਪਾਕਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰਾਏ। ਆਪ ਦਾ ਭੋਗ ਲੱਗਿਆ ਪ੍ਰਸ਼ਾਦ ਸੰਗਤ 'ਚ ਵਰਤੇ ਜੋ ਛਕੇ ਵਾਹਿਗੁਰੂ 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 ਕਾ ਜਾਪ ਜਪੇ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਕਰਤਾਰਥ ਕਰੋ। ਸਹੀ ਪਿਆਰੇ ਮਿਲੋ ਜਨਾ ਮਿਲਿਆਮ ਦਾ ਨਾਮ ਚੇਤੇ ਆਵੇ। ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਿਓ ਚਹੈ ਖੋਜ।
ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲेंगे ਬਚੇ ਸ਼ਰਨ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹ। ਜੋ ਸ਼ਰਧਾ ਕਰ ਸੀਮੰਦੇ ਗੁਰ ਪਾਰ। ਜੋ ਸ਼ਰਧਾ ਕਰ ਸੀਮੰਦੇ ਗੁਰ ਪਾਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨਮ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੇ, ਨੂਰ ਅਰਸੋਂ ਪੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਘਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਲਗੜੀ ਸੋ ਥਾਨ, ਜੋੜਨ ਹਾਰੈ ਜੋੜੀਆ। ਨਾਨਕ ਲਹਿਰੀ ਲਖ ਸੈਆਨ, ਡੁੱਬਣ ਦੇ ਨਾਮਾ ਪਿਰੀ। ਲਗੜੀ ਸੋ ਥਾਨ, ਜੋੜਨ ਹਾਰੈ ਜੋੜੀਆ। ਨਾਨਕ ਲਹਿਰੀ ਲਖ ਸੈਆਨ, ਡੁੱਬਣ ਦੇ ਨਾਮਾ ਪਿਰੀ। ਮਹਲਾ ਪੰਜਵਾ। ਬਨ ਪਿਹਾਵਲੇ ਹਿਕ ਸਾਥੀ ਲੱਦਮਾ, ਦੁਖ ਹਰਤਾ ਹਰ ਨਾਮਾ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਪੌੜੀ। ਪਾਈਨ ਸਭ ਨਿਧਾਨ, ਤੇਰੇ ਰੰਗ ਰਤਿਆ। ਨਾ ਹੋਵੀ ਪਛੋਤਾਓ, ਤੁਧਨੋ ਜਪਤਿਆ। ਪਹੁੰਚ ਨਾ ਸਕੈ ਕੋਇ, ਤੇਰੀ ਟੇਕ ਜਨ। ਗੁਰ ਪੂਰੈ ਵਾਹੋ ਵਾਹੋ, ਸੁਖ ਲਹਾ ਚਿਤਾਰ ਮਨ। ਗੁਰ ਪਹਿ ਸਿਫਤ ਭੰਡਾਰ, ਕਰਮੀ ਪਾਈਐ। ਸਤਿਗੁਰ ਨਦਰ ਨਿਹਾਲ, ਬਹੁੜ ਨਾ ਧਾਈਐ। ਰੱਖੈ ਆਪ ਦਿਆਲ, ਕਰ ਦਾਸਾਂ ਆਪਣੇ। ਹਰ 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 ਨਾਮ, ਜੀਵਾ ਸੁਣ ਸੁਣੇ। ਰੱਖੈ ਆਪ ਦਿਆਲ, ਕਰ ਦਾਸਾਂ ਆਪਣੇ। ਹਰ 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 ਨਾਮ, ਜੀਵਾ ਸੁਣ ਸੁਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ
ਮਹੱਲਾ ਪੰਜਵਾ। ਲਗੜੀ ਸੋ ਥਾਨ ਜੋੜਨ ਹਾਰੈ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਜਰੀ ਦੀ ਵਾਰ ਅੰਦਰ ਇਹ ਸ਼ੁਭ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰੀ ਪ੍ਰੀਤ ਮੇਰੀ ਬਿਰਤੀ ਜੋੜਨ ਹਾਰੇ ਸਤਿਗੁਰਾਂ ਨੇ ਬਹੁਤ ਸੋਹਣੇ ਸਥਾਨ ਭਾਵ ਪ੍ਰਭੂ ਦੇ ਚਰਨ ਕਮਲਾਂ ਵਿੱਚ ਜੋੜ ਦਿੱਤੀ ਹੈ। ਭਾਵੇਂ ਲੱਖਾਂ ਹੀ ਵਿਕਾਰਾਂ ਵਿਸ਼ਿਆਂ ਦੀਆਂ ਲਹਿਰਾਂ ਆਉਣ, ਮੇਰਾ ਪਰਮਾਤਮਾ ਇਹਨਾਂ ਲਹਿਰਾਂ ਵਿੱਚ ਡੁੱਬਣ ਨਹੀਂ ਦਿੰਦਾ। ਉਸ ਦੁੱਖਾਂ ਦੇ ਨਾਸ ਕਰਨ ਵਾਲੇ ਹਰੀ ਪ੍ਰਭੂ ਦਾ ਨਾਮ ਇਸ ਭਿਆਨਕ ਸੰਸਾਰਕ ਜੰਗਲ ਦੇ ਵਿੱਚ ਮੈਨੂੰ ਇੱਕ ਸਾਥੀ ਲੱਭ ਗਿਆ ਹੈ। ਮੈਂ ਐਸੇ ਸਤਿਗੁਰਾਂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜੋ ਆਪਣੇ ਦਾਸਾਂ ਦੇ ਸਾਰੇ ਕੰਮ ਸੰਪੂਰਨ ਕਰਨ ਵਾਲੇ ਹਨ। ਉਸ ਪ੍ਰਭੂ ਦੇ ਨਾਮ ਵਿੱਚ ਰੰਗਿਆ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਉਸ ਵਾਹਿਗੁਰੂ ਦਾ ਨਾਮ ਜਪਦਿਆਂ ਫਿਰ ਕੋਈ ਪਛਤਾਵਾ ਨਹੀਂ ਹੁੰਦਾ, ਅਤੇ ਜਿਸ ਜੀਵ ਨੂੰ ਉਸ ਵਾਹਿਗੁਰੂ ਦਾ ਆਸਰਾ ਹੈ, ਉਸ ਨੂੰ ਦੁੱਖ ਦੇਣ ਵਾਸਤੇ ਕੋਈ ਦੁਸ਼ਮਣ ਵੀ ਉਸ ਤੱਕ ਪਹੁੰਚ ਨਹੀਂ ਸਕਦਾ। ਧੰਨ ਹਨ ਉਹ ਪੂਰੇ ਸਤਿਗੁਰੂ ਜਿਨ੍ਹਾਂ ਨੂੰ ਯਾਦ ਕਰਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਸਤਿਗੁਰਾਂ ਪਾਸ ਹੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਦਾ ਭੰਡਾਰ ਹੈ, ਖਜ਼ਾਨਾ ਹੈ, ਜੋ ਪੂਰੇ ਕਰਮਾਂ ਨਾਲ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ। ਤੇ ਜਿਸ ਉੱਪਰ ਪੂਰੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਸ ਜੀਵ ਦਾ ਮਰਨ ਜੀਵਨ ਦਾ ਗੇੜ ਮੁੱਕ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸਤਿਗੁਰੂ ਆਪ ਹੀ ਦਿਆਲੂ ਹੋ ਕੇ ਆਪਣੇ ਦਾਸਾਂ ਨੂੰ ਆਪਣੇ ਕਰ ਲੈਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਨਾਮ ਜੋ ਜੀਵਾਂ ਨੂੰ ਹਰੇ ਕਰਨ ਵਾਲਾ ਹੈ, ਐਸਾ ਪ੍ਰਭੂ ਦਾ ਨਾਮ ਸੁਣ ਕੇ ਹੀ ਮੈਂ ਜਿਉਂਦਾ ਹਾਂ। ਇਹ ਸ਼ੁਭ ਉਪਦੇਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 519 520 ਤੇ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ।